इस टाइम मेरे नाल ने जीवन गुप्ता जी। जी हाँ, जीवन गुप्ता जी ਉਹ ਸ਼ਖਸੀਅਤ ਜਿਸ ਨੂੰ ਤੁਸੀਂ ਜਾਣਦੇ ਹੋ, ਪਛਾਣਦੇ ਹੋ ਔਰ ਪੰਜਾਬ ਬੀਜੇਪੀ ਦੇ ਵਿੱਚ ਉਹ ਇੱਕ ਐਸੀ ਪੋਸਟ ਤੇ ਕਾਰਜਰਤ ਨੇ ਜੋ ਕਿ ਹਰ ਸਵਾਲ ਦਾ ਜਵਾਬ ਦਿੰਦੇ ਨੇ। ਸਭ ਤੋਂ ਪਹਿਲਾਂ ਜੀਵਨ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਨਮਸਕਾਰ, ਨਿਊਜ਼ ਨੈਸ਼ਨਲ ਦੇ ਸਾਰੇ ਦਰਸ਼ਕਾਂ ਨੂੰ ਮੇਰਾ ਨਮਸਕਾਰ, ਸਤਿ ਸ੍ਰੀ ਅਕਾਲ। और बड़ी खुशी हुई है ਅੱਜ ਤੁਹਾਡੇ ਜੀ ਦੁਆਰਾ ਸ਼ਾਮਲ ਹੋ ਰਿਹਾ ਮੈਂ। ਗੁਪਤਾ ਜੀ, ਸਭ ਤੋਂ ਪਹਿਲਾ ਪ੍ਰਸ਼ਨ, ਭਾਜਪਾ ਦਾ ਕੁਨਬਾ ਘਟ ਰਿਹਾ ਹੈ। ਲੋਕ ਕਹਿ ਰਹੇ ਨੇ ਅਕਾਲੀ ਦਲ ਦੇ ਵਿੱਚ ਜਾ ਰਹੇ ਨੇ, ਸਰਕਾਰ ਕਿਤੇ ਅਕਾਲੀਆਂ ਦੇ ਨਾ ਬਣ ਜਾਵੇ ਜਾਂ ਕਾਂਗਰਸ ਜਿਹੜੀ ਆ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਆ ਗਈ ਆ। ਤੁਹਾਡੇ ਕੋਲ ਕੀ ਅਜਿਹਾ ਕਰਿਸ਼ਮਾ ਹੈ ਵੀ ਕਿ ਆਪਾਂ ਐਤਕੀ ਬਸ 17 ਸੀਟਾਂ ਤੇ ਲੜਾਂਗੇ ਜਾਂ ਕੀ ਪਤਾ ਨਹੀਂ ਵੀ ਲੜਾਂਗੇ, ਕਿਉਂਕਿ ਇਦਾਂ ਦੇ ਵੀ ਲੋਕ ਕਹਿ ਰਹੇ ਨੇ ਕਿ 17 ਕੈਂਡੀਡੇਟ ਹੈ ਨਹੀਂਗੇ ਭਾਰਤੀ ਜਨਤਾ ਪਾਰਟੀ ਦੇ ਕੋਲ। ਨਹੀਂ, ਐਸਾ ਪ੍ਰਭਾਤ ਜੀ, ਨਾ ਤਾਂ ਭਾਰਤੀ ਜਨਤਾ ਪਾਰਟੀ ਦਾ ਕੋਈ ਕੁਨਬਾ ਘਟਿਆ, ਨਾ ਹੀ ਕੋਈ ਐਦਾਂ ਦਾ ਕੁਝ ਹੈ ਕਿ ਸਾਡੀ ਕੋਈ 117 ਦੀ ਤਿਆਰੀ ਨਹੀਂ। ਸਾਡੇ ਕੋਲ 117 ਕੈਂਡੀਡੇਟ ਵੀ ਹੈਗੇ। ਠੀਕ ਹੈ। ਜਿੱਥੋਂ ਤੱਕ ਪਿਛਲੇ ਦਿਨ ਥੋੜਾ ਇੱਕ ਘਟਨਾਕ੍ਰਮ ਹੋਇਆ ਜਿਹਦੇ ਵਿੱਚ 13 ਪਾਰਟੀ ਦੇ ਲੋਕ ਸੀਗੇ, ਟੋਟਲ 13। ਠੀਕ ਹੈ। ਜਿਹੜੇ ਕਿ ਪਾਰਟੀ ਛੱਡ ਕੇ ਗਏ ਆ। ਬਿਲਕੁਲ ਠੀਕ ਹੈ ਜੀ। ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ ਪਿਛਲੇ 6 ਮਹੀਨੇ ਦੇ ਅੰਦਰ ਪਾਰਟੀ ਦੇ ਵਿੱਚ ਲਗਭਗ 4000 ਤੋਂ ਜ਼ਿਆਦਾ ਲੋਕ ਉਹ ਜੁਆਇਨ ਕੀਤੇ ਨੇ। ਅਲੱਗ-ਅਲੱਗ ਜਥੇਬੰਦੀਆਂ, ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਔਰ ਆਮ ਆਦਮੀ ਪਾਰਟੀ, ਠੀਕ ਹੈ, ਔਰ ਐਨਜੀਓਜ਼ ਦੇ ਜਿਹੜੇ ਸਿਰਕੱਢ ਲੋਕ ਨੇ, ਸੇਵਾ ਕਰਨ ਵਾਲੇ ਲੋਕ ਹੈ। ਉਹ ਬੜੀ ਵੱਡੀ ਗਿਣਤੀ 'ਚ ਮੈਂ ਤੁਹਾਨੂੰ ਸੂਚੀ ਦੇ ਸਕਦਾ ਪ੍ਰਮੁੱਖ ਲੋਕਾਂ ਦੀ। ਪ੍ਰਮੁੱਖ ਲੋਕ ਜਿਹੜੇ ਨੇ ਉਹ ਲਗਭਗ ਮੇਰੇ ਕੋਲ ਇਸ ਟਾਈਮ, ਤੁਸੀਂ ਮੈਨੂੰ ਕਹੋਗੇ ਤੇ ਮੈਂ ਤੁਹਾਨੂੰ ਸੂਚੀ ਭੇਜ ਦੂੰਗਾ। ਜਿਹੜੇ ਪ੍ਰਮੁੱਖ ਨੇ ਉਹ 250 ਤੋਂ 300 ਲੋਕ ਜਿਹੜੇ ਨੇ ਉਹ ਪ੍ਰਮੁੱਖ ਨੇ, ਉਹਨਾਂ ਦੇ ਲੀਡਰ ਨੇ। ਔਰ ਬਾਕੀ ਇਸ ਤਰ੍ਹਾਂ ਕਰਕੇ ਉਹਨਾਂ ਦੇ ਨਾਲ ਜਿਹੜੇ ਹੋਰ ਲੋਕਾਂ ਨੇ ਜੁਆਇਨ ਕੀਤਾ ਹੈਗਾ, ਉਹ ਲਗਭਗ 4000 ਦੀ ਸੂਚੀ ਹੈ ਸਾਡੇ ਕੋਲ ਜਿਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਜੁਆਇਨ ਕੀਤਾ ਹੈ। ਔਰ ਅਸੀਂ 117 ਦੀਆਂ 117 ਸਾਡੇ ਵਾਸਤੇ ਕੋਈ ਨਵੀਆਂ ਸੀਟਾਂ ਨਹੀਂ ਹੈਗੀਆਂ। 117 ਦੀਆਂ 117। ਠੀਕ ਹੈ ਜੀ। ਬੇਸ਼ੱਕ ਅਸੀਂ ਜਦੋਂ ਸ਼੍ਰੋਮਣੀ ਅਕਾਲੀ ਦਲ ਨਾਲ ਭਾਈਵਾਲੀ 'ਚ ਸੀਗੇ, ਅਸੀਂ 23 ਸੀਟਾਂ ਲੜਦੇ ਸੀਗੇ। ਬਿਲਕੁਲ ਠੀਕ ਹੈ। ਪਰ ਅਸੀਂ ਹਮੇਸ਼ਾ 117 ਦੀਆਂ 117 ਸੀਟਾਂ ਤੇ ਅਸੀਂ ਆਪਣਾ ਸੰਗਠਨ ਜਿਹੜਾ ਸੀ ਉਹਦੀ ਰਚਨਾ ਕਰਦੇ ਸੀਗੇ। ਔਰ 117 ਦੀਆਂ 17 ਸੀਟਾਂ ਤੇ ਰਚਨਾ ਸਾਡੀ ਅੱਜ ਵੀ ਹੈ। ਇਹ ਗੱਲ ਮੈਂ ਤੁਹਾਡੀ ਮੰਨਦਾ ਵੀ ਹੋ ਸਕਦਾ ਕਿਸੇ ਵਿਧਾਨ ਸਭਾ 'ਚ ਸਾਡੀ ਥੋੜਾ ਕਿਸੇ ਮੰਡਲਾਂ ਦੇ ਵਿੱਚ ਰਚਨਾ ਘੱਟ ਹੋਵੇ, ਪਰ ਕਿਸੇ ਦੇ ਵਿੱਚ ਬਹੁਤ ਮਜ਼ਬੂਤ ਹੈ। ਕਿਤੇ ਅਸੀਂ ਬੂਥ ਸਤਰ ਤੱਕ ਕੰਪਲੀਟ ਹੈ, ਕਿਤੇ ਅਸੀਂ ਮੰਡਲ ਸਤਰ ਤੱਕ ਹੈ। ਸੋ ਐਸਾ ਥੋੜਾ ਹੈ। ਅਦਰਵਾਈਜ਼ ਉਹਨੂੰ ਅਸੀਂ ਪੂਰਨ ਕਰਨ ਲੱਗੇ ਹੋਏ ਹਾਂ। ਉਹ ਰਚਨਾ ਨੂੰ ਅਸੀਂ ਆਉਣ ਵਾਲੇ ਥੋੜੇ ਦਿਨਾਂ 'ਚ ਅਸੀਂ ਟਾਰਗੇਟ ਦਿੱਤਾ ਹੋਇਆ ਔਰ ਅਸੀਂ ਉਹਨੂੰ ਪੂਰਨ ਕਰਨ ਲੱਗੇ ਹਾਂ। ਅਸੀਂ ਪੂਰਾ ਕਰ ਲਾਂਗੇ। ਗੁਪਤਾ ਜੀ, ਤੁਸੀਂ ਗੱਲ ਕਰ ਰਹੇ ਹੋ ਕਿ ਸਾਡੇ ਕੋਲ 117 ਦੇ 17 ਕੈਂਡੀਡੇਟ ਹੈਗੇ ਨੇ, ਸਭ ਕੁਝ ਹੈ। ਮੰਨ ਲੈਣਾ ਮੈਂ ਥੋੜੀ ਦੇਰ ਵਾਸਤੇ ਕਿ ਬਹੁਤ ਕੁਝ ਤੁਹਾਡੇ ਕੋਲ ਹੈ, ਪਰ ਦਿਖ ਨਹੀਂ ਰਿਹਾ। ਸਰਕਾਰ ਜਿਹੜੀ ਹੈ ਉਹ 2022 ਚ ਇਲੈਕਸ਼ਨ ਕਰਾਉਣ ਨੂੰ ਸੋਚ ਰਹੀ ਹੈ। 2022 ਤੱਕ ਜੇ ਅਸੀਂ ਪਬਲਿਕ ਤੱਕ ਹੀ ਨਾ ਪਹੁੰਚ ਸਕੇ, ਤੁਹਾਡੀ ਪਾਰਟੀ ਪਬਲਿਕ ਤੱਕ ਹੀ ਨਾ ਪਹੁੰਚ ਸਕੀ, ਫਿਰ ਤਾਂ ਕੋਈ ਫਾਇਦਾ ਨਹੀਂ ਨਾ ਰਹਿ ਜਾਊਗਾ। ਸਿੱਧੂ ਸਾਹਿਬ ਆ ਗਏ, ਤੁਸੀਂ ਦੇਖ ਰਹੇ ਹੋ, ਚੌਕੇ ਚੱਕੇ ਰੋਜ਼ ਮਾਰ ਰਹੇ ਨੇ, ਕੋਈ ਨਾ ਕੋਈ ਨਵੀਂ ਅਨਾਉਂਸਮੈਂਟ ਕਰਦੇ ਆ। ਉਸ ਤੋਂ ਬਾਅਦ ਆਮ ਆਦਮੀ ਪਾਰਟੀ ਵਾਲੇ ਬਿਜਲੀ ਦੇ ਉੱਪਰ ਤੁਹਾਨੂੰ ਘੇਰ ਰਹੇ ਨੇ। ਮਤਲਬ ਹਰ ਉਹ ਚੀਜ਼ ਹੋ ਰਹੀ ਹੈ ਪੰਜਾਬ ਦੇ ਵਿੱਚ, ਸਰਗਰਮ ਹੋ ਰਹੇ ਨੇ, ਲੇਕਿਨ ਭਾਰਤੀ ਜਨਤਾ ਪਾਰਟੀ ਕਿਤੇ ਵੀ ਕਿਸਾਨੀ ਅੰਦੋਲਨ ਥੱਲੇ ਦਬਦੀ ਨਜ਼ਰ ਨਹੀਂ ਆਉਂਦੀ ਹੈ। ਨਹੀਂ, ਜਿਹੜੇ ਤੁਸੀਂ ਸਿੱਧੂ ਸਾਹਿਬ ਦੀ ਗੱਲ ਕਰ ਰਹੇ ਹੋ ਜੋ ਵੀ ਉਹ ਚੌਕੇ ਚੱਕੇ ਮਾਰ ਰਹੇ ਹੈ, ਉਹਦੇ 'ਚ ਪੰਜਾਬ ਨੂੰ ਕੀ ਫਾਇਦਾ ਹੋ ਰਿਹਾ? ਮੈਂ ਦੇਖੋ ਮੇਰੀ ਗੱਲ ਸੁਣੋ ਪ੍ਰਭਾਤ ਜੀ, ਅਸੀਂ ਥੋੜਾ ਹੈਲਦੀ ਗੱਲ ਕਰੀਏ। ਠੀਕ ਹੈ। ਇਸ ਤਰ੍ਹਾਂ ਹਵਾ 'ਚ ਗੱਲ ਕਰਨ ਦਾ ਕੋਈ ਲਾਭ ਨਹੀਂ ਹੁੰਦਾ। ਠੀਕ ਹੈ ਜੀ। ਮੈਂ ਬੜੀ ਸਪਸ਼ਟ ਤੁਹਾਨੂੰ ਇਹ ਗੱਲ ਦੱਸਣੀ ਚਾਹੁੰਦਾ ਕਿ ਸਿੱਧੂ ਸਾਹਿਬ ਨੂੰ ਪ੍ਰਧਾਨ ਬਣਾਇਆ ਗਿਆ ਕੇਵਲ ਪੰਜਾਬ ਦੇ ਲੋਕਾਂ ਨੂੰ ਇੱਕ ਵਾਰੀ ਦੁਬਾਰਾ ਮੂਰਖ ਬਣਾਉਣ ਦੀ ਤਿਆਰੀ ਕਰ ਰਹੀ ਹੈ ਕਾਂਗਰਸ। ਠੀਕ ਹੈ। ਮੈਂ ਪੰਜਾਬੀਆਂ ਤੋਂ ਮਾਫੀ ਸਾਹਿਤ ਦੀ ਗੱਲ ਕਹੂੰਗਾ। ਪੰਜਾਬੀ ਬੜੇ ਸਮਝਦਾਰ ਨੇ ਹਰ ਗੱਲ ਨੂੰ। ਪਿਛਲੀ ਵਾਰੀ ਜਦੋਂ 2017 ਦੀ ਇਹਨਾਂ ਨੇ ਚੋਣ ਲੜੀ ਸੀਗੀ, ਜਦੋਂ ਉਹਨਾਂ ਨੇ ਧਰਮ ਦੇ ਨਾਂ ਤੇ ਪੰਜਾਬੀਆਂ ਨੂੰ ਗੁੰਮਰਾਹ ਕੀਤਾ, ਉਸ ਸਮੇਂ ਸ਼੍ਰੀ ਗੁਟਕਾ ਸਾਹਿਬ ਨੂੰ ਹੱਥ ਪਕੜ ਕੇ ਕਸਮ ਖਾਧੀ ਗਈ ਕਿ ਜੀ ਅਸੀਂ ਨਸ਼ਾ ਖਤਮ ਕਰ ਦਿਆਂਗੇ। ਠੀਕ ਹੈ। ਕਿਸਾਨਾਂ ਦਾ ਕਰਜ਼ਾ ਮਾਫ ਕਰਨ ਦੀ, ਪੂਰਨ ਕਰਜ਼ਾ ਮਾਫ ਜਿਹੜਾ 90,000 ਕਰੋੜ ਬਣਦਾ, ਉਹਨੂੰ ਮਾਫ ਕਰਨ ਦੀ ਗੱਲ ਕੀਤੀ ਗਈ। ਹੋਰ ਅਨੇਕ ਵਾਅਦੇ, ਬੜੀ ਲੰਬੀ ਲਿਸਟ ਹੈ। ਜੇ ਮੈਂ ਤੁਹਾਡੇ ਚੈਨਲ ਤੇ ਦੱਸਣ ਲੱਗ ਗਿਆ ਤੇ ਮੈਨੂੰ ਲੱਗਦਾ ਇਹਦੇ ਵਿੱਚ ਸਮਾਂ ਮੁੱਕ ਜਾਣਾ। ਤੇ ਉਹਨਾਂ ਨੇ ਸਾਰੇ ਜੋ ਵਾਅਦੇ ਕੀਤੇ ਉਹ ਪੂਰਨ ਨਹੀਂ ਕੀਤਾ। ਪੌਣੇ 5 ਸਾਲ ਨਿਕਲਣ ਵਾਲੇ ਹੋ ਗਏ ਸਰਕਾਰ ਨੂੰ। ਅੱਜ ਹੁਣ 3 ਮਹੀਨੇ 4 ਰਹਿ ਗਏ। ਠੀਕ ਹੈ ਜੀ। ਔਰ ਇੱਕਦਮ ਕਾਂਗਰਸ ਨੇ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾ ਦਿੱਤਾ। ਬਿਲਕੁਲ ਠੀਕ ਹੈ। ਔਰ ਨਵਜੋਤ ਸਿੰਘ ਸਿੱਧੂ ਕੀ ਕਰ ਰਿਹਾ? ਉਹ ਆਂਦੇ ਹੀ ਕੈਪਟਨ ਸਾਹਿਬ ਦੇ ਖਿਲਾਫ ਬੋਲ ਰਿਹਾ। ਉਹਨਾਂ ਦੇ ਜਿਹੜੇ ਸਲਾਹਕਾਰ ਨੇ ਉਹ ਸਟੇਟਮੈਂਟ ਵੀ ਦੇ ਰਹੇ ਨੇ ਜੀ ਕੈਪਟਨ ਸਾਹਿਬ ਬਦਲ ਦਿਓ। ਜਿਹੜੇ ਪ੍ਰਧਾਨ ਉਤਰ ਕੇ ਗਏ ਨੇ, ਸੁਨੀਲ ਜਾਖੜ ਜੀ, ਉਹਨਾਂ ਨੇ ਤਾਂ ਐਲੀਗੇਸ਼ਨ ਲਗਾਤੇ ਆਪਣੇ ਮੰਤਰੀ ਦੇ ਉੱਪਰ ਕਿ ਇਹ ਰਾਣਾ ਉਹਦੇ ਤੇ ਜਿਹੜਾ ਦਾ ਖੇਡ ਮੰਤਰੀ ਹੈ, ਉਹਨਾਂ ਤੇ ਵੀ ਲਾਤੇ ਕਿ ਜੀ ਉਹ ਦੋਹਰੀ ਤੇਰੀ ਵਾਰੀ ਉਹ ਫਾਇਦੇ ਲੈ ਗਿਆ, ਜ਼ਮੀਨ ਦਾ ਉਹ ਲੈ ਗਿਆ। ਸੋ ਉਹਦੇ ਤੇ ਵੀ ਕੋਈ ਕਾਰਵਾਈ ਨਹੀਂ ਹੋਈ।
ਮਤਲਬ ਸਿੱਧੂ ਸਾਹਿਬ ਦੇ ਪ੍ਰਧਾਨ ਬਣਨ ਤੋਂ ਬਾਅਦ ਇਹ ਸਾਰੀਆਂ ਚੀਜ਼ਾਂ ਆਈਆਂ ਔਰ ਕੇਵਲ ਇੱਕ ਇਸ ਚੀਜ਼ ਨੂੰ ਬੜਾ ਲੀਪਾਪੋਤੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਪਿਛਲਾ ਇਹ ਨਕਮਾ ਬੰਦਾ, ਇਹਨੂੰ ਤਾਂ ਕਰੋ ਪਰੇ, ਕੈਪਟਨ ਸਾਹਿਬ ਨਕਮੇ, ਇਹਨੂੰ ਕਰੋ ਪਰੇ, ਹੁਣ ਮੈਂ ਆ ਗਿਆ, ਹੁਣ ਮੈਂ ਕੋਈ ਨਵਾਂ ਲੈ ਕੇ ਆਉਂਗਾ। ਦੇਖੋ ਨਾ ਕਿੱਡਾ ਸ਼ਰਮਨਾਕ ਬਿਆਨ ਨਵਜੋਤ ਸਿੰਘ ਸਿੱਧੂ ਦੇ ਰਹੇ ਆ ਕਿ ਜੀ ਮੇਰੀ ਸਰਕਾਰ ਕਾਂਗਰਸ ਦੀ ਦੁਬਾਰਾ ਲਿਆ ਦਿਓ, ਠੀਕ ਹੈ, ਤੇ ਮੈਂ ਬਿਜਲੀ ਜਿਹੜੀ ਆ ਉਹ 4 ਰੁਪਏ 3 ਰੁਪਏ ਯੂਨਿਟ ਕਰ ਦੂੰਗਾ। ਬਈ ਹੁਣ ਉਹ ਸਰਕਾਰ 'ਚ ਬੈਠੇ ਆ, ਹੁਣ ਕਰਨ ਨਾ। ਉਹ ਇਸ ਗੱਲ ਤੋਂ ਨਹੀਂ, ਇਸ ਗੱਲ ਤੋਂ ਇਹ ਸਾਬਤ ਹੋ ਰਿਹਾ ਹੈ ਕਿ ਉਹ ਕੇਵਲ ਹੁਣ ਪੰਜਾਬ ਦੀ ਜਨਤਾ ਨੂੰ ਦੁਬਾਰਾ ਗੁੰਮਰਾਹ ਕਰਨਾ ਚਾਹੁੰਦੇ ਆ। ਠੀਕ ਹੈ, ਸੋ ਇਸ ਕਰਕੇ ਇਹ ਕੇਵਲ ਹਵਾ 'ਚ ਗੱਲਾਂ ਕਰਨੀਆਂ, ਉਹਦਾ ਕੋਈ ਲਾਭ ਨਹੀਂ। ਪੰਜਾਬ ਦੀ ਜਨਤਾ ਸਮਝਦੀ ਹੈ ਉਹਨੂੰ। ਜਿੱਥੋਂ ਤੱਕ ਆਮ ਆਦਮੀ ਪਾਰਟੀ, ਅਕਾਲੀ ਦਲ ਦਾ ਹਾਲ ਹੈ ਉਹ ਤੁਸੀਂ ਸਭ ਦੇਖ ਹੀ ਰਹੇ ਹੋ, ਮੈਨੂੰ ਕੋਈ ਜ਼ਿਆਦਾ ਦੱਸਣ ਦੀ ਜ਼ਰੂਰਤ ਨਹੀਂ ਹੈਗੀ। ਅੱਜ ਦੀ ਡੇਟ 'ਚ ਭਾਰਤੀ ਜਨਤਾ ਪਾਰਟੀ ਹੀ ਇੱਕ ਐਸੀ ਪਾਰਟੀ ਹੈ ਜਿਹਦੇ ਲੋਕ ਵਿਸ਼ਵਾਸ ਕਰਨਗੇ। ਕਿਉਂ ਕਰਨਗੇ ਉਹ ਵੀ ਮੈਂ ਤੁਹਾਨੂੰ ਵਜ੍ਹਾ ਉਹ ਕਿਉਂਕਿ ਇਸ ਟਾਈਮ ਪੰਜਾਬ 'ਚ ਵਿਸ਼ਵਾਸ ਤਾਂ ਖਤਮ ਹੀ ਹੋ ਗਿਆ ਨਾ। ਵਿਸ਼ਵਾਸ ਕਿਉਂ ਕਰਨਗੇ ਵੀ ਦੱਸਦਾ। ਕਿਉਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀਮਾਨ ਨਰਿੰਦਰ ਮੋਦੀ ਜੀ ਨੇ ਜਿੰਨੀਆਂ ਵੀ ਭਾਰਤੀ ਜਨਤਾ ਪਾਰਟੀ ਨੇ ਕੋਈ ਪੁਰਾਣੇ ਕਮਿਟਮੈਂਟ ਕੀਤੀਆਂ ਸੀ, ਜਦੋਂ ਸਰਕਾਰ ਚਾਹੇ ਉਹਨੂੰ ਪੂਰਨ ਕੀਤਾ ਹੈ, ਹਰ ਹਾਲ 'ਚ ਪੂਰਨ ਕੀਤਾ ਹੈ। ਉਹਦੇ ਵਿੱਚ ਵੱਡੀ ਵਰਗ ਦੇ ਵਿੱਚ ਜਿਹੜਾ ਸਾਡਾ ਗਰੀਬ ਵਰਗ ਹੈਗਾ, ਪਿਛੜਿਆ ਵਰਗ ਹੈਗਾ, ਉਹਦੇ ਵਾਸਤੇ ਇਸ ਸਰਕਾਰ ਨੇ ਬਹੁਤ ਕੰਮ ਕੀਤੇ ਨੇ ਔਰ ਉਹਨਾਂ ਦੀ ਜਿਹੜਾ ਸਿੱਧਾ ਪੈਸਾ ਉਹਨਾਂ ਦੇ ਖਾਤਿਆਂ ਵਿੱਚ ਜਾ ਰਿਹਾ ਹੈ। ਚਾਹੇ ਉਹ ਕਿਸਾਨ, ਛੋਟੇ ਕਿਸਾਨ ਨੂੰ ਕਿਸਾਨ ਸਨਮਾਨ ਨਿਧੀ ਦੇ ਰੂਪ 'ਚ 6000 ਰੁਪਏ ਦੇਣ ਦੀ ਗੱਲ ਹੋਵੇ, ਚਾਹੇ ਉਹ ਜਿਨ੍ਹਾਂ ਦੇ ਘਰਾਂ ਦੇ ਵਿੱਚ ਵਿਚਾਰਿਆਂ ਦੇ ਟਾਇਲਟਸ ਨਹੀਂ ਬਣੀਆਂ ਸੀਗੀਆਂ ਉਹਨਾਂ ਨੂੰ ਟਾਇਲਟਸ ਬਣਾ ਕੇ ਦੇਣ ਦੀ ਗੱਲ ਹੋਵੇ, ਚਾਹੇ ਗਰੀਬ ਨੂੰ ਗੈਸ ਦੇਣ ਦੀ ਗੱਲ ਹੋਵੇ, ਚਾਹੇ ਉਸ ਲੋਕਡਾਊਨ ਦੇ ਅੰਦਰ 5 ਰੁਪਏ ਇਹ ਜਿਹੜਾ 5 ਕਿਲੋ ਅਨਾਜ, ਚਾਹੇ ਚਾਵਲ ਚਾਹੇ ਕਣਕ ਦੇਣ ਦੀ ਗੱਲ ਹੋਵੇ। ਜਦੋਂ ਲੋਕਡਾਊਨ ਸੀਗਾ, ਜਦੋਂ ਗਰੀਬ ਦੇ ਮੂੰਹ 'ਚੋਂ ਰੋਟੀ ਛਿਨ ਗਈ ਸੀਗੀ, ਉਹਨੂੰ ਅਨਾਜ ਦੇਣ ਦੀ ਗੱਲ ਹੋਵੇ, ਚਾਹੇ 500 ਰੁਪਇਆ ਜਨਧਨ ਅਕਾਊਂਟ ਦੇ ਵਿੱਚ ਉਹਨਾਂ ਗਰੀਬਾਂ ਦੇ ਖਾਤਿਆਂ 'ਚ ਪਾਉਣ ਦੀ ਗੱਲ ਹੋਵੇ। ਠੀਕ ਹੈ ਜੀ। ਤੇ ਇੱਕ ਮੈਸੇਜ ਗਿਆ ਹੈਗਾ ਇਹ ਕਿ ਭਾਰਤੀ ਜਨਤਾ ਪਾਰਟੀ ਹੀ ਹੈ ਜਿਹੜੀ ਗਰੀਬ ਵਰਗ ਬਾਰੇ ਸੋਚਦੀ ਹੈ, ਭਾਰਤੀ ਜਨਤਾ ਪਾਰਟੀ ਹੈ ਜਿਹੜੀ ਮੱਧਮ ਵਰਗ ਬਾਰੇ ਸੋਚਦੀ ਹੈ। ਠੀਕ ਹੈ। ਔਰ ਸਭ ਨੂੰ ਨਾਲ ਲੈ ਕੇ, ਸਭ ਦਾ ਸਾਥ, ਸਭ ਦਾ ਵਿਕਾਸ। ਔਰ ਹੁਣ ਮੋਦੀ ਜੀ ਇਹ ਵੀ ਗੱਲ ਕਹਿ ਰਹੇ ਨੇ ਕਿ ਸਭ ਦਾ ਪ੍ਰਯਾਸ, ਸਭ ਦੇ ਪ੍ਰਯਾਸ ਨਾਲ ਅਸੀਂ ਸਭ ਨੂੰ ਅੱਗੇ ਨਾਲ ਲੈ ਕੇ ਚੱਲਣਾ ਹੈਗਾ। ਔਰ ਇਸ ਕਰਕੇ ਪੰਜਾਬ ਦੀ ਜਨਤਾ ਨੂੰ ਵੀ ਪਤਾ ਹੈ ਕਿ ਅਗਰ ਪੰਜਾਬ ਦੇ ਵਿੱਚ ਕੋਈ ਅੱਛਾ ਕਾਰਗੁਜ਼ਾਰੀ ਕਰ ਸਕਦਾ, ਜਿਸ ਢੰਗ ਨਾਲ ਅੱਜ ਪੰਜਾਬ ਦੀ ਹਾਲਾਤ ਪਿਛਲੇ ਸਮੇਂ ਦੌਰਾਨ ਸਰਕਾਰਾਂ ਨੇ ਕੀਤੀ ਹੈ, ਜੋ ਆ 4.5 ਸਾਲ ਪੌਣੇ 5 ਸਾਲ ਦਾ ਸਮਾਂ ਨਿਕਲਿਆ, ਕੇਵਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ, ਕਿਉਂਕਿ ਕੇਂਦਰ 'ਚ ਸਰਕਾਰ ਬੈਠੀ ਹੈ ਔਰ ਉਹਦਾ ਲਾਭ ਇੱਥੇ ਪੰਜਾਬੀਆਂ ਨੂੰ ਮਿਲਣ ਵਾਲਾ ਹੈਗਾ। ਉਹਦੇ ਵਿੱਚ ਕੀ ਹੋਣ ਵਾਲਾ ਹੈ ਕਿ ਜੇ ਨਸ਼ਾ ਮੁਕਤ ਕਰਨ ਦੀ ਗੱਲ ਹੈ ਤੇ ਕੇਵਲ ਭਾਰਤੀ ਜਨਤਾ ਪਾਰਟੀ ਕਰ ਸਕਦੀ ਹੈ, ਜੇ ਭ੍ਰਸ਼ਟਾਚਾਰ ਨੂੰ ਮੁਕਤ ਕਰਨਾ ਹੈ ਤੇ ਕੇਵਲ ਭਾਰਤੀ ਜਨਤਾ ਪਾਰਟੀ। ਔਰ ਅਸੀਂ ਤਾਂ ਨਾਰਾ ਲੈ ਕੇ ਚੱਲ ਰਹੇ ਹਾਂ ਔਰ ਅਸੀਂ ਇੱਕ ਗੱਲ ਹੋਰ ਵੀ ਕਹਿ ਰਹੇ ਹਾਂ, ਅਸੀਂ ਨਹੀਂ ਕਹਿ ਰਹੇ ਵੀ ਅਸੀਂ 300 ਯੂਨਿਟ 400 ਯੂਨਿਟ ਬਿਜਲੀ ਫ੍ਰੀ ਦੇਵਾਂਗੇ ਜਾਂ ਬਿਜਲੀ 3 ਰੁਪਏ ਦੇਵਾਂਗੇ। ਜੇ ਕਿਸੇ ਨੇ, ਜੇ ਕਾਂਗਰਸ ਨੇ ਕਹਿਤਾ, ਨਵਜੋਤ ਸਿੰਘ ਸਿੱਧੂ ਨੇ ਕਹਿਤਾ ਵੀ 3 ਰੁਪਏ ਦੇਵਾਂਗੇ, ਅਸੀਂ ਕਹਿੰਦੇ ਅਸੀਂ 2 ਰੁਪਏ ਦੇਵਾਂਗੇ। ਨਹੀਂ, ਬਿਜਲੀ ਕੋਈ ਪ੍ਰਭਾਤ ਜੀ ਫ੍ਰੀ ਨਹੀਂ ਆਣੀ ਹੈ। ਤੁਹਾਡੀ ਗੱਲ ਠੀਕ ਹੈ। ਮੈਂ ਬਿਜਲੀ ਤੇ ਖਰਚਾ ਹੋਣਾ, ਬਿਜਲੀ ਤੇ ਪੈਸਾ ਲੱਗਣਾ ਹੈ। ਠੀਕ ਹੈ। ਔਰ ਅਸੀਂ ਤਾਂ ਇਹ ਗੱਲ ਕਹਿ ਰਹੇ ਹਾਂ ਪੰਜਾਬ ਦੇ ਜਨਤਾ ਨੂੰ ਕਿ ਬਿਜਲੀ ਬਈ 24 ਘੰਟੇ ਦੇਵਾਂਗੇ ਔਰ ਬਿਜਲੀ ਸਸਤੀ ਦੇਵਾਂਗੇ। ਜਿਹੜੀਆਂ ਬਾਕੀ ਰਾਜਾਂ ਦੇ ਅਨੁਕੂਲ ਤੁਹਾਨੂੰ ਲੱਗੇ ਕਿ ਉਹਨਾਂ ਤੋਂ ਸਾਨੂੰ ਮਹਿੰਗੀ ਬਿਜਲੀ ਨਹੀਂ ਮਿਲ ਰਹੀ, ਜੇ ਹਰਿਆਣੇ ਤੇ ਬਿਜਲੀ ਜੋ ਭਾਅ ਹਰਿਆਣੇ 'ਚ ਹੈ ਉਹੀ ਭਾਅ ਪੰਜਾਬੀਆਂ ਨੂੰ ਵੀ ਮਿਲੇ। ਜੋ ਹਿਮਾਚਲ 'ਚ ਤਾਂ ਚਲੋ ਪ੍ਰੋਡਕਸ਼ਨ ਜਿਹੜੀ ਆ ਬਹੁਤ ਸਸਤੀ ਪੈਂਦੀ ਹੈ, ਨਾਲ ਦੀਆਂ ਸਟੇਟਾਂ ਦੇ ਵਿੱਚ ਜਿੱਥੇ ਬਿਜਲੀ ਸਸਤੀ ਹੈ ਉਹਨੂੰ ਬਿਜਲੀ 7-8 ਰੁਪਏ, 6 ਰੁਪਏ, 8 ਰੁਪਏ ਬਿਜਲੀ ਮਿਲਣੀ ਚਾਹੀਦੀ ਹੈਗੀ। ਤਾਂ ਅਸੀਂ ਕਹਿੰਦੇ ਹਾਂ ਕਿ ਉਹ ਬਿਜਲੀ ਸਸਤੀ ਮਿਲਣੀ ਚਾਹੀਦੀ ਹੈ, ਨਾ ਕਿ ਬੜੀ ਮਹਿੰਗੀ। ਅੱਜ 10 ਰੁਪਏ 12 ਰੁਪਏ ਬਿਜਲੀ ਹੈ ਪੰਜਾਬ ਦੇ ਵਿੱਚ। ਇਹਨੂੰ ਠੀਕ ਕਰਨ ਦੀ ਜ਼ਰੂਰਤ ਹੈਗੀ ਹੈ। ਗੁਪਤਾ ਜੀ, ਤੁਸੀਂ ਕਹਿ ਰਹੇ ਹੋ ਕਿ ਬਿਜਲੀ ਵਾਲੇ ਮੁੱਦੇ ਤੁਸੀਂ ਨਹੀਂ ਕਰਦੇ। ਤੁਹਾਡੀ 10 ਸਾਲ ਸਰਕਾਰ ਰਹੀ ਹੈ, ਤੁਸੀਂ ਕੋਰਿਲੇਸ਼ਨ ਗਵਰਨਮੈਂਟ ਚਲਾਈ ਹੈ, ਤੁਹਾਡੇ ਮੰਤਰੀ ਵੀ ਰਹੇ ਨੇ ਵਿੱਚ। ਹੁਣ ਤੱਕ ਤੁਹਾਨੂੰ ਯਾਦ ਕਿਸੇ ਨੂੰ ਨਹੀਂ ਆਈ ਕਿ ਹਾਂ ਆਪਾਂ ਬਿਜਲੀ ਦੇ ਰੇਟ ਘਟਾ ਲਈਏ, ਜਾਂ ਹੋਰ ਵੀ ਬਹੁਤ ਸਾਰੇ ਪ੍ਰੋਜੈਕਟਸ ਇਸ ਤਰ੍ਹਾਂ ਦੇ ਸੀਗੇ ਕਿ ਆਪਾਂ ਕੰਮ ਕਰ ਲਈਏ। ਅੱਜ ਜਦੋਂ ਸਰਕਾਰ ਹੈ ਨਹੀਂ ਗੀ, ਤੁਹਾਡੀ ਸੱਤਾ 'ਚ ਵਾਪਸੀ ਹੋਣੀ ਹੈ ਕਿ ਨਹੀਂ ਹੋਣੀ ਹੈ? ਐਡੇ ਵੱਡੇ ਵੱਡੇ ਲੁਭਾਵਨੇ ਵਾਅਦੇ ਕਰਕੇ ਤਾਂ ਪੰਜਾਬ ਦੀ ਜਨਤਾ ਨੂੰ ਬੇਵਕੂਫ ਬਣਾਉਣ ਵਾਲਾ ਕੰਮ ਹੋ ਜਾਂਦਾ ਨਾ। ਲੋਕ ਤਾਂ ਇਹ ਸਮਝਣਗੇ ਕਿ ਜਿਸ ਤਰ੍ਹਾਂ ਲੋਕ ਇਹ ਕਹਿੰਦੇ ਨੇ ਕਿ ਮੋਦੀ ਜੀ ਸੈਂਟਰ 'ਚ ਬੈਠ ਕੇ ਝੂਠ ਬੋਲੀ ਜਾਂਦੇ ਨੇ, ਪੰਜਾਬ 'ਚ ਵੀ ਉਹੀ ਕੰਮ ਕਰਨਗੇ। ਇਹੀ ਗੱਲਾਂ ਨੇ, ਇਹੀ ਪੰਜਾਬ ਦੇ ਲੋਕ ਸੋਚਦੇ ਨੇ। ਵਿਸ਼ਵਾਸ ਤਾਂ ਹੈ ਹੀ ਨਹੀਂਗਾ ਨਾ ਗੁਪਤਾ ਜੀ। ਅਸੀਂ ਕੈਮਰੇ 'ਚ ਬੈਠੇ ਹਾਂ, ਸਾਹਮਣੇ ਤਾਂ ਲੋਕ ਦੇਖ ਰਹੇ ਹੈ। ਮੈਨੂੰ ਇੱਕ ਵੀ ਗੱਲ ਇਹ ਦੱਸੋ ਵੀ ਮੋਦੀ ਜੀ ਕਿਹੜੀ ਗੱਲ ਝੂਠ ਬੋਲੇ? ਇੱਕ ਵੀ ਪਹਿਲਾਂ ਤਾਂ ਇਹ ਗੱਲ ਦੱਸ ਦਿਓ। ਇਹ ਜਿੰਨੀਆਂ ਗੱਲਾਂ ਬਣਾਈਆਂ ਹੈ ਸਾਰੀਆਂ ਓਪੋਜੀਸ਼ਨ ਦੀਆਂ ਬਣਾਈਆਂ ਹੋਈਆਂ। ਠੀਕ ਹੈ। ਉਹਨਾਂ ਨੇ ਕੋਈ ਐਸੀ ਕਮਿਟਮੈਂਟ ਨਹੀਂ ਕੀਤੀ ਜਿਹੜੀ ਕਿ ਲੋਕਾਂ ਨੂੰ ਬਾਅਦ ਚ ਆਹਤ ਕਰੇ।
ਜੋ ਉਹਨਾਂ ਨੇ ਗੱਲ ਕਹੀ ਹੈ ਉਹਨੂੰ ਪੂਰਨ ਕੀਤਾ। ਉਹਨਾਂ ਨੇ ਕਦੇ ਵੀ ਹਿੰਦੁਸਤਾਨ ਦੀ ਜਨਤਾ ਨੂੰ ਝੂਠ ਨਹੀਂ ਬੋਲਿਆ, ਨਾ ਉਹਨਾਂ ਨੂੰ ਕਦੇ ਏਦਾਂ ਦਾ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਹਿਲੀ ਗੱਲ। ਠੀਕ ਹੈ ਜੀ। ਦੂਸਰੀ ਗੱਲ, ਦੇਖੋ ਪੰਜਾਬ ਦੇ ਵਿੱਚ ਜਦੋਂ ਤੁਸੀਂ 10 ਸਾਲ ਦੇ ਪਿਛਲੇ ਦੀ ਗੱਲ ਕਰ ਰਹੇ ਹੋ ਅਕਾਲੀ ਦਲ ਦੀ, ਜੀ ਜੀ, ਮੈਨੂੰ ਇਹਨੂੰ ਦੇਖੋ ਥੋੜਾ ਜਿਹਾ ਕਹਿਣ 'ਚ ਮੈਨੂੰ ਕੋਈ ਗੁਰੇਜ਼ ਨਹੀਂ ਹੈਗਾ ਕਿ ਜਿਹੜਾ ਉਹ 10 ਸਾਲ ਦਾ ਸਮਾਂ ਸੀਗਾ, ਅਸੀਂ ਪੰਜਾਬ ਦਾ ਭਾਈਚਾਰਾ, ਪੰਜਾਬ ਦੀ ਤਰੱਕੀ, ਪੰਜਾਬ ਦੇ ਹੋਰ ਚੀਜ਼ਾਂ ਦੇ ਵਾਸਤੇ ਉਸ ਕੋਲੀਸ਼ਨ 'ਚ ਅਸੀਂ ਅਲਾਈਅੰਸ ਦੇ ਵਿੱਚ ਬਣੇ ਰਹੇ ਹਾਂ, ਲੰਬੇ ਸਮੇਂ ਤੋਂ ਬਣੇ ਰਹੇ ਹਾਂ ਅਕਾਲੀ ਦਲ ਦੇ ਨਾਲ। ਠੀਕ ਹੈ ਜੀ। ਪਰ ਮੈਂ ਸਮਝਦਾ ਕਿ ਭਾਰਤੀ ਜਨਤਾ ਪਾਰਟੀ ਦੀ ਜੋ ਭੂਮਿਕਾ ਐਜ ਏ ਅਲਾਈਅੰਸ ਪਾਰਟਨਰ ਹੋਣੀ ਚਾਹੀਦੀ ਸੀ, ਉਹ ਸਾਨੂੰ ਉਹਦਾ ਹੱਕ ਨਹੀਂ ਮਿਲਦਾ ਸੀਗਾ। ਮੈਂ ਬੜਾ ਤੁਹਾਡੇ ਕੈਮਰੇ ਦੇ ਸਾਹਮਣੇ ਕਹਿ ਰਿਹਾ ਗੱਲ, ਦੇਖੋ ਉਹਦੇ ਵਿੱਚ ਸਾਨੂੰ ਬੜਾ ਸੰਘਰਸ਼ ਕਰਨਾ ਪੈਂਦਾ ਸੀ। ਅਸੀਂ ਕਿਉਂਕਿ ਅਕਾਲੀ ਦਲ ਨੇ ਭਾਰਤੀ ਜਨਤਾ ਪਾਰਟੀ ਨੂੰ ਇੱਕ ਵਰਗ ਤੱਕ ਔਰ ਖਾਸ ਕਰਕੇ ਸ਼ਹਿਰਾਂ ਤੱਕ ਹੀ ਸੀਮਿਤ ਕਰਤਾ ਸੀ। ਠੀਕ ਹੈ। ਔਰ ਉਹ ਜਿਹੜੀਆਂ ਸੀ ਕੇਵਲ 23 ਸੀਟਾਂ ਕੀ ਹੁੰਦੀਆਂ ਹੈ, 23 ਸੀਟਾਂ 20% ਟੋਟਲ 20% ਵੀ ਬਣਦਾ ਨਹੀਂ ਹੈਗਾ ਟੋਟਲ ਉਹਦਾ ਸ਼ੇਅਰ ਦਾ। ਉਹ ਸਮਝੌਤਾ ਕੇਵਲ ਠੀਕ ਹੈ, ਭਾਰਤੀ ਜਨਤਾ ਪਾਰਟੀ ਨੇ ਇੱਕ ਵੱਡਾ ਸ਼ੇਅਰ ਅਕਾਲੀ ਦਲ ਦੇ ਨਾਲ ਰੱਖਿਆ ਹੋਇਆ ਸੀ, 20% ਕੋਈ ਸ਼ੇਅਰ ਨਹੀਂ ਹੁੰਦਾ ਹੈਗਾ। ਔਰ ਉੱਥੇ ਜਦੋਂ ਅਸੀਂ ਕੋਈ ਸਾਨੂੰ ਫਿਰ ਪੰਜਾਬ ਦੇ ਹਿੱਤਾਂ ਦੀ ਕੋਈ ਗੱਲ ਅਸੀਂ ਰੱਖਦੇ ਸੀਗੇ ਤੇ ਉਹਦੇ ਵਾਸਤੇ ਸਾਨੂੰ ਬੜਾ ਗਲਾ ਫਾੜਨਾ ਪੈਂਦਾ ਸੀ ਤਾਂ ਜਾ ਕੇ ਕਿਤੇ ਥੋੜਾ ਬਹੁਤ ਹੁੰਦਾ ਸੀ। ਸਾਡੇ ਕੋਲ ਜਿਹੜੇ ਸ਼ਹਿਰੀ ਮਹਿਕਮੇ ਰਹੇ ਆ, ਜੇ ਸ਼ਹਿਰਾਂ 'ਚ ਡਿਵੈਲਪਮੈਂਟ ਹੋਈ ਆ ਉਹ ਤੇ ਬੀਜੇਪੀ ਦੇ ਮੰਤਰੀਆਂ ਨੇ ਕਰਾਈ। ਜੇ ਸ਼ਹਿਰਾਂ 'ਚ ਕੋਈ ਡਿਵੈਲਪਮੈਂਟ ਵੀ ਹੋਈ ਹੈ ਤਾਂ ਬੀਜੇਪੀ ਦੇ ਮੰਤਰੀਆਂ ਨੇ ਕਰਾਈ ਨਾ। ਜੋ ਸਾਡੇ ਕੋਲ ਸੀਗਾ, ਸਾਡੇ ਕੋਲ ਲੋਕਲ ਬਾਡੀ ਹੁੰਦਾ ਸੀ, ਸਾਡੇ ਕੋਲ ਇੰਡਸਟਰੀ ਹੁੰਦੀ, ਜੇ ਕੋਈ ਉਹਦੇ 'ਚ ਕੁਝ ਕੀਤਾ ਤੇ ਬੀਜੇਪੀ ਨੇ ਕੀਤਾ। ਔਰ ਨਵੀਂ ਚੀਜ਼ਾਂ ਮੈਂ ਇਹ ਨਹੀਂ ਕਹਿੰਦਾ ਕਿ ਉਹਨਾਂ ਨੇ ਕੁਝ ਨਹੀਂ ਕੀਤਾ, ਮੈਂ ਉਹਨਾਂ ਨੂੰ ਨਾ ਭੰਡਣ ਵਾਸਤੇ ਬੈਠਾ, ਪਰ ਮੈਨੂੰ ਇਹ ਸੀਗਾ ਕਿ ਜੋ ਇੱਕ ਅਲਾਈਅੰਸ ਪਾਰਟਨਰ ਦਾ ਭੂਮਿਕਾ ਹੋਣੀ ਚਾਹੀਦੀ ਹੈ ਉਹਦੇ 'ਚ ਅਕਾਲੀ ਦਲ ਕਿਤੇ ਨਾ ਕਿਤੇ ਸਾਨੂੰ ਰੋਕਦਾ ਰਿਹਾ ਹੈ। ਸੋ ਇਸ ਕਰਕੇ ਅੱਜ ਹੁਣ ਬੀਜੇਪੀ ਇਕੱਲੀ ਪੰਜਾਬ ਦੇ ਅੰਦਰ ਕੰਮ ਕਰ ਰਹੀ ਹੈ ਔਰ ਅਸੀਂ ਅੱਗੇ ਵਧਾਂਗੇ, ਪੰਜਾਬ ਦੇ ਭਲੇ ਦੀ ਗੱਲ ਕਰਾਂਗੇ, ਪੰਜਾਬ ਦੇ ਵਿੱਚ ਕੀ ਚੀਜ਼ਾਂ ਦੀ ਜ਼ਰੂਰਤ ਹੈ ਉਹ ਜ਼ਰੂਰਤਾਂ ਨੂੰ ਪੂਰਨ ਕਰਦੇ ਹੋਏ ਅਸੀਂ 100%, ਕਿਉਂਕਿ ਮੈਂ ਜਿਸ ਕਾਲੇ ਦੌਰ 'ਚ ਪੰਜਾਬ ਨੂੰ ਉਹਨਾਂ ਨੇ ਪਾਤਾ ਉਹ 'ਚੋਂ ਕੱਢਣ ਵਾਸਤੇ ਕੇਵਲ ਤੇ ਕੇਵਲ ਇੱਕ ਪਾਰਟੀ ਹੈ, ਉਹ ਭਾਰਤੀ ਜਨਤਾ ਪਾਰਟੀ ਹੈ। ਜਿੰਨੇ ਕੰਮ ਅੱਜ ਇਹਨਾਂ ਨੇ ਸਾਡੀਆਂ ਜਿਹੜੀਆਂ ਵਿਰੋਧੀ ਤੇ ਸਿਆਸੀ ਪਾਰਟੀਆਂ ਨੇ, ਉਹਨਾਂ ਨੇ ਇੱਕ ਮਾਹੌਲ ਪੰਜਾਬ 'ਚ ਪੈਦਾ ਕਰਤਾ ਕਿ ਜੀ ਬੀਜੇਪੀ ਏਦਾਂ, ਬੀਜੇਪੀ ਦੇ ਖਿਲਾਫ ਮਾਹੌਲ ਬਣਾਇਆ। ਅੰਦੋਲਨ ਨੂੰ ਲੈ ਕੇ ਤੁਹਾਡੀ ਪਾਰਟੀ ਅੱਜ ਤੱਕ ਕਟਘਰੇ 'ਚ ਹੈ ਗੁਪਤਾ ਜੀ, ਚਾਹੇ ਸ਼ਹਿਰੀ ਵਰਗ ਹੋਵੇ ਚਾਹੇ ਪਿੰਡੂ ਵਰਗ ਹੋਵੇ, ਜਿੱਥੇ ਜਾਂਦੇ ਨੇ ਬੀਜੇਪੀ ਦੇ ਵਰਕਰ ਘੇਰੇ ਜਾਂਦੇ ਨੇ। ਦੇਖੋ ਔਰ ਘੇਰੇ ਜਾਂਦੇ ਨੇ ਤਾਂ ਇਸ ਤਰ੍ਹਾਂ ਦੇ ਘੇਰੇ ਜਾਂਦੇ ਨੇ ਕਿ ਉਹਨਾਂ ਨਾਲ ਹੱਥੋਂ ਪਾਈ ਤੱਕ ਦੀ ਨੌਬਤ ਆਉਂਦੀ ਹੈ। ਫਿਰ ਤੁਸੀਂ ਕਹਿੰਦੇ ਲਾਅ ਐਂਡ ਆਰਡਰ ਵਿਗੜ ਗਿਆ, ਤੁਸੀਂ ਕਿਉਂ ਨਹੀਂ ਜਾ ਕੇ, ਕਿਉਂਕਿ ਪਿੱਛੇ ਜਿੰਨੇ ਵੀ ਕੋਈ ਰਾਜਨੇਤਾ ਇੱਥੇ ਆਏ ਸੀਗੇ ਉਹਨਾਂ ਨੇ ਵੀ ਗੱਲ ਕਹੀ ਕਿ ਤੁਸੀਂ ਲੋਕਾਂ ਨੇ ਜਾ ਕੇ ਉੱਥੇ ਸਹੀ ਤਰੀਕੇ ਨਾਲ ਦੱਸਿਆ ਨਹੀਂ ਸੈਂਟਰ ਗਵਰਨਮੈਂਟ ਨੂੰ ਕਿ ਕਿਸ ਤਰ੍ਹਾਂ ਇਹਦਾ ਹੱਲ ਹੋਣਾ ਚਾਹੀਦਾ ਹੈ। ਬਟ ਇਹ ਗੱਲ ਕਿਤੇ ਨਾ ਕਿਤੇ ਤੁਹਾਨੂੰ ਲੱਗੇਗੀ 2022 'ਚ ਨੁਕਸਾਨ ਤਾਂ ਕਰੇਗਾ ਨਾ ਪਾਰਟੀ ਨੂੰ। ਨਹੀਂ ਐਸਾ ਇਸ ਤਰ੍ਹਾਂ ਵੋਟਰ ਵਿਸ਼ਵਾਸ ਕਿੱਦਾਂ ਕਰੇਗਾ? ਜਿਹੜੇ ਲੋਕ ਤਾਂ ਇਹ ਗੱਲਾਂ ਕਰਦੇ ਨੇ ਵੀ ਅਸੀਂ ਦੱਸਿਆ ਨਹੀਂ, ਹਾਂ ਹੁਣ ਉਹ ਸਾਡੇ ਨਾਲ ਤਾਂ ਹੈ ਨਹੀਂ। ਹਾਂਜੀ ਹਾਂਜੀ ਬਿਲਕੁਲ ਠੀਕ ਹੈ। ਇਸ ਕਰਕੇ ਐਸੀ ਕੋਈ ਗੱਲ ਨਹੀਂ ਸੀ ਜਿਹੜੀ ਅਸੀਂ ਆਪਣੀ ਕੇਂਦਰ ਦੀ ਲੀਡਰਸ਼ਿਪ ਤੋਂ ਛੁਪਾਈ ਹੋਵੇ, ਐਸੀ ਕੋਈ ਗੱਲ ਨਹੀਂ ਸੀ ਜਿਹੜੀ ਅਸੀਂ ਆਪਣੀ ਕੇਂਦਰ ਦੀ ਲੀਡਰਸ਼ਿਪ ਤੱਕ ਨਾ ਪਹੁੰਚਾਈ ਹੋਵੇ। ਠੀਕ ਹੈ। ਐਸੀ ਕੋਈ ਗੱਲ ਨਹੀਂ ਸੀ ਜਿਹਦੇ ਵਿੱਚ ਕੇਂਦਰ ਦੀ ਲੀਡਰਸ਼ਿਪ ਨੂੰ ਅਸੀਂ ਕੋਈ ਗੁੰਮਰਾਹ ਕੀਤਾ ਹੋਵੇ। ਠੀਕ ਹੈ ਜੀ। ਉਹ ਸਾਰੀਆਂ ਚੀਜ਼ਾਂ ਬੜੀਆਂ ਹੈਲਦੀ ਢੰਗ ਨਾਲ ਡਿਸਕਸ਼ਨ ਹੋਈਆਂ। ਇਹ ਤਾਂ ਜਿਹੜੇ ਬੰਦੇ ਅੱਜ ਜਿਨ੍ਹਾਂ ਨੂੰ ਲੱਗਦਾ ਵੀ ਕੁਝ ਹੋਰ ਕਹਿਣ ਨੂੰ ਹੈ ਨਹੀਂ, ਉਹ ਕੇਵਲ ਇਹ ਗੱਲ ਕਹਿ ਕੇ ਆਪਣੇ ਆਪ ਨੂੰ ਨਾ ਮਾਈਲੇਜ ਦੇਣ ਦੀ ਕੋਸ਼ਿਸ਼ ਕਰਦੇ ਆ ਕਿ ਪਤਾ ਨਹੀਂ ਅਸੀਂ ਸ਼ਾਇਦ ਕਿਸਾਨਾਂ ਦੇ ਹਿੱਤ ਦੀ ਕਿੱਡੀ ਗੱਲ ਕਰ ਰਹੇ ਹਾਂ। ਦੇਖੋ ਪ੍ਰਭਾਤ ਜੀ, ਇਹ ਗੱਲ ਬੜੀ ਵਿਚਾਰ ਕਰਨ ਦੀ ਹੈ ਕਿ ਕਿਸਾਨ ਦਾ ਹਿੱਤ ਹੈ ਕਿਹਦੇ 'ਚ। ਹਾਂ ਇਹੀ ਗੱਲ ਤੁਹਾਡੇ ਮਨ 'ਚ ਵੀ ਚੱਲਦਾ ਵੀ ਤੁਸੀਂ ਕਿਉਂ ਨਹੀਂ ਮਕਾਨ ਦੇ ਜੀ। ਬਿਲਕੁਲ ਸਹੀ ਹੈ। 12 ਰਾਉਂਡ ਦੀ ਮੀਟਿੰਗ ਹੋਈ ਹੈ, ਉਹ ਮਕਾਨ ਵਾਸਤੇ ਹੋਈ ਹੈ ਨਾ, ਔਰ ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਪੰਜਾਬ ਦੀ ਵੱਡੀ ਭੂਮਿਕਾ ਸੀ। ਮੈਂ ਸ਼ੁਰੂਆਤ ਦੀ ਪਹਿਲੀਆਂ ਮੀਟਿੰਗਾਂ ਦੇ ਵਿੱਚ ਅਸੀਂ ਵੀ ਉੱਥੇ ਦਿੱਲੀ ਦੇ ਵਿੱਚ ਬੈਠੇ ਸੀਗੇ ਕਿ ਅਸੀਂ ਮੀਟਿੰਗਾਂ ਕਰਾ ਕੇ ਇਹਨੂੰ ਖਤਮ ਕਰੀਏ। ਇਹ ਮੈਂ ਨਾ ਮੰਨਣ ਵਾਲੀ ਗੱਲ ਹੈ, ਸਾਨੂੰ ਸਮਝਣ ਦੀ ਜ਼ਰੂਰਤ ਹੈ। ਤੁਸੀਂ ਚੰਗੀ ਤਰ੍ਹਾਂ ਉੱਥੇ ਵੀ ਜਾ ਕੇ ਆਓ, ਮੈਂ ਵੀ ਜਾ ਕੇ ਆਇਆ ਉੱਥੇ ਕਿਸਾਨ ਅੰਦੋਲਨ ਦੇ ਉਹਦੇ ਵਿੱਚ ਮੈਂ ਦੇਖ ਕੇ ਆਇਆ। ਦੇਖੋ ਪਤਾ ਕੀ ਹੈ, ਕਿਸਾਨਾਂ ਦਾ ਹਿੱਤ ਕਿੱਥੇ ਹੋ ਸਕਦਾ ਹੈ ਇਹਦੇ ਤੇ ਵਿਚਾਰ ਕਰਨ ਦੀ ਜ਼ਰੂਰਤ ਹੈ। ਮੈਂ ਤਾਂ ਕਿਸਾਨ ਜਥੇਬੰਦੀਆਂ ਦੇ ਨੇਤਾਵਾਂ ਨੂੰ ਵੀ ਬਾਰ-ਬਾਰ ਇਹੀ ਬੇਨਤੀ ਕਰੂੰਗਾ ਕਿ ਬਈ ਅਸੀਂ ਪੰਜਾਬ ਦੇ ਭਲੇ ਦੀ ਗੱਲ ਕਰੀਏ। ਦੇਖੋ ਕਿੰਨੀ ਅੱਜ ਇੰਡਸਟਰੀ ਜਾਣ ਲੱਗੀ, ਪੰਜਾਬ ਜਾਣ ਲੱਗੀ ਹੈ। ਠੀਕ ਹੈ। ਉਹਦੇ ਪਿੱਛੇ ਵੀ ਕਿਸਾਨ ਅੰਦੋਲਨ ਹੈ। ਅੱਜ ਵਪਾਰ ਜੇ ਰੁਕਿਆ ਹੋਇਆ ਪੰਜਾਬ ਦਾ, ਉਹਦੇ ਪਿੱਛੇ ਵੀ ਕਿਸਾਨ ਅੰਦੋਲਨ ਹੈ। ਗੱਲ ਸਮਝਣ ਦੀ ਜ਼ਰੂਰਤ ਹੈ। ਕਿਸਾਨ ਨੋ ਡਾਊਟ ਆ ਹੁਣ ਗੰਨਾ ਕਿਸਾਨਾਂ ਨੇ ਧਰਨਾ ਲਾਇਆ ਪਰਸੋਂ ਦਾ, ਇਸ਼ੂ ਵੱਡਾ ਹੋ ਗਿਆ। ਮੈਨੂੰ ਅਸੀਂ ਨਾਲ ਆ ਉਹਨਾਂ ਦੇ ਇਸ ਮਾਮਲੇ 'ਚ, ਉਹਨਾਂ ਨੂੰ ਸਮੇਂ ਸਿਰ ਪੈਸੇ ਕਿਉਂ ਨਹੀਂ ਮਿਲ ਰਹੇ? ਮੋਦੀ ਸਾਹਿਬ ਨੇ ਡਾਇਰੈਕਟ ਪੇਮੈਂਟ ਕੀਤੀ ਕਿਸਾਨਾਂ ਨੂੰ। ਆ ਹੁਣ ਪਿਛਲਾ ਜਿਹੜਾ ਕਣਕ ਦਾ ਸੀਜ਼ਨ ਨਿਕਲ ਕੇ ਗਿਆ ਹੈ,
ਤੇ ਸਿੱਧੇ ਪੈਸੇ ਉਹਨਾਂ ਦੇ ਖਾਤੇ ਖਾਤੇ 'ਚ ਗਏ ਆਏ ਨਾ। ਆ, ਠੀਕ ਹੈ। ਤੇ ਫਿਰ ਕੌਣ ਚੰਗਾ ਸੋਚਦਾ ਹੈ? ਮੋਦੀ ਜੀ ਸੋਚਦੇ ਆ ਜਾਂ ਜਿਨ੍ਹਾਂ ਨੇ ਹਾਲ ਤੱਕ ਗੰਨੇ ਦੇ ਪੈਸੇ ਨਹੀਂ ਦਿੱਤੇ ਸਰਕਾਰ ਨੇ, ਉਹ ਚੰਗਾ ਸੋਚਦੀ ਹੈ? ਔਰ ਦੂਸਰੀ ਗੱਲ ਇਹ ਹੈ ਵੀ ਹਰਿਆਣੇ ਦੇ ਅੰਦਰ 348 ਰੁਪਏ, ਉਰੇ 310 ਰੁਪਏ, ਹਰਿਆਣੇ ਦੇ ਬਰਾਬਰੇ ਪਾ ਦੇ ਦੇਣ। ਹਾਂ ਠੀਕ ਅਸੀਂ ਹੈ। ਇਸ ਗੱਲ ਦਾ ਸਮਰਥਨ ਕਰਦੇ ਹਾਂ। ਹਾਂ ਇਹੀ ਚੀਜ਼ ਮੰਗਣ ਨਾ ਹੋ ਬਈ ਕਿਸਾਨ ਜਥੇਬੰਦੀਆਂ ਕਹਿਣਗੇ ਜੀ ਸਮਰਥਨ ਮੁੱਲ ਵੱਧ ਹੋਣਾ ਚਾਹੀਦਾ ਹੈ। ਔਰ ਮੈਂ ਤੁਹਾਨੂੰ ਗੱਲ ਹੋਰ ਦੱਸਦਾ ਹਾਂ ਕਿ ਇਹ ਮੋਦੀ ਜੀ ਦੀ ਸਰਕਾਰ ਸੀ ਜਿਹਨੇ 2017 ਦੇ ਵਿੱਚ ਜਿਹੜਾ ਝੋਨੇ ਦਾ ਸਮਰਥਨ ਮੁੱਲ MSP ਜਿਹਨੂੰ ਆਪਾਂ ਕਹਿੰਦੇ ਆ, ਕੁੱਲ ਲਾਗਤ ਦਾ 1.5 ਗੁਣਾ 200 ਰੁਪਏ ਪਰ ਕੁਇੰਟਲ ਇਕੱਠਾ ਇੱਕ ਟਾਈਮ ਵਧਾਇਆ ਸੀਗਾ। ਹਾਂ। ਮੈਂ ਤੁਹਾਡੇ ਕੈਮਰੇ ਦੀ ਗੱਲ ਕਰ ਨਹੀਂ ਬਿਲਕੁਲ ਸਹੀ ਹੈ। ਔਰ ਵਿਦ ਇਹ ਤਾਂ ਸਾਰਾ ਦੇਖੀ ਦੇਖਿਆ ਹੀ ਹੋਈ ਹੋਈ ਹੈ। ਆ, ਹਾਂਜੀ। ਹੁਣ 200 ਰੁਪਏ ਕੁਇੰਟਲ ਵਧਾਣਾ ਔਰ ਇਹ ਹਿੰਦੁਸਤਾਨ ਦੇ ਇਤਿਹਾਸ 'ਚ ਪਹਿਲੀ ਵਾਰੀ ਹੋਇਆ ਕਿ ਇਕੱਠਾ 200 ਰੁਪਏ ਪਰ ਕੁਇੰਟਲ ਵਧਣਾ ਝੋਨੇ ਦਾ ਮੁੱਲ। ਔਰ ਉਹ ਸਮਰਥਨ ਮੁੱਲ ਜੋ ਸਾਡੀ ਕੁੱਲ ਲਾਗਤ ਸੀ ਉਹਦਾ 1.5 ਕਿਹਨੇ ਕੀਤਾ? ਮੋਦੀ ਜੀ ਨੇ ਕੀਤਾ ਕੁੱਲ ਲਾਗਤ ਦਾ 1.5 ਗੁਣਾ। ਇਸ ਕਰਕੇ ਮੇਰਾ ਇਹ ਕਹਿਣਾ ਕਿ ਕਿਸਾਨ ਭਰਾਵਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਅੱਜ ਦੇ ਸਮੇਂ ਦੇ ਅੰਦਰ ਅਗਰ ਕੋਈ ਕਿਸਾਨਾਂ ਦੇ ਹਿੱਤ ਸੋਚਦਾ ਹੈ, ਉਹ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ, ਮੋਦੀ ਜੀ ਦੀ ਸਰਕਾਰ ਹੈ। ਔਰ ਪੰਜਾਬ ਦੇ ਵਿੱਚ ਵੀ ਜੇ ਅਸੀਂ ਆਮਦਨ ਵਧਾਉਣ ਦੀ ਗੱਲ ਕਰਨੀ ਹੈ, ਉਹ ਮੋਦੀ ਜੀ ਨੇ ਹੀ ਕਰਨੀ ਹੈ, ਉਹ ਬੀਜੇਪੀ ਨੇ ਹੀ ਕਰਨੀ ਹੈ। ਕਿਸਾਨਾਂ ਨੂੰ, ਵਪਾਰੀਆਂ ਨੂੰ ਉਦਯੋਗ ਅੱਜ ਪਲਾਨ ਕਰ ਰਿਹਾ ਹੈ। ਉਦਯੋਗ ਕਿਉਂ ਪਲਾਨ ਕਰ ਰਿਹਾ ਹੈ? ਇੱਕ ਸਰਕਾਰਾਂ ਦੀ ਕਮੀਆਂ ਕਰਕੇ ਕਰ ਰਿਹਾ ਹੈ। ਬੀਜੇਪੀ ਕਰੇਗੀ, ਉਹਦੇ ਬੀਜੇਪੀ ਦੀ ਸਰਕਾਰ ਬਣੇਗੀ ਤੇ ਬੀਜੇਪੀ ਕਰੇਗੀ। ਸਾਡਾ ਤਾਂ ਹੁਣ ਇੱਕੋ ਹੀ ਨਾਰਾ ਹੈ ਕਿ ਅਗਰ ਭ੍ਰਸ਼ਟਾਚਾਰ ਮੁਕਤ ਔਰ ਨਸ਼ਾ ਮੁਕਤ ਪੰਜਾਬ ਬਣਾਉਣਾ ਹੈ ਤੇ ਭਾਜਪਾ ਦੀ ਸਰਕਾਰ ਲਿਆਓ। ਅਗਰ ਕਿਸਾਨਾਂ ਦਾ ਆਮਦਨ ਵਧਾਣੀ ਹੈ ਤੇ ਭਾਜਪਾ ਦੀ ਸਰਕਾਰ ਲਿਆਓ। ਅਗਰ ਉਦਯੋਗ ਨੂੰ ਪਲਾਨ ਕਰਨ ਤੋਂ ਬਚਾਣਾ ਹੈ ਤੇ ਭਾਜਪਾ ਦੀ ਸਰਕਾਰ ਲਿਆਓ। ਵਪਾਰ ਨੂੰ ਵਧਾਣਾ ਤੇ ਭਾਜਪਾ ਦੀ ਸਰਕਾਰ ਲਿਆਓ। ਬਿਜਲੀ 24 ਘੰਟੇ ਲੈਣੀ ਹੈ ਤੇ ਭਾਜਪਾ ਦੀ ਸਰਕਾਰ ਲਿਆਓ। ਬਿਜਲੀ ਸਸਤੀ ਲੈਣੀ ਹੈ ਤੇ ਭਾਜਪਾ ਦੀ ਸਰਕਾਰ ਲਿਆਓ। ਇਸ ਤੋਂ ਬਿਨਾ ਹੋਰ ਕੋਈ ਪਾਰਟੀ ਕਰ ਨਹੀਂ ਸਕਦੀ। ਬਾਕੀ ਸਭ ਗੱਪਾਂ ਦਾ ਕੜਾ ਬਣਾ ਰਹੇ ਆ ਔਰ ਉਹਨਾਂ ਨੂੰ ਦੇਖ ਵੀ ਲਿਆ ਪਾਰਟੀਆਂ ਨੇ। ਗੁਪਤਾ ਜੀ, ਤੁਸੀਂ ਬੜੀ ਵੱਡੀ ਗੱਲ ਕਹਿਤੀ ਕਿ ਬੀਜੇਪੀ ਸਰਕਾਰ ਲੈ ਕੇ ਆਓ। ਤੁਹਾਨੂੰ ਲੱਗਦਾ ਨਹੀਂ ਹੈ ਕਿ ਇਹ ਜੇ ਬਹੁਤ ਜਲਦੀ ਹੋ ਜਾਏਗਾ? ਕਿਉਂਕਿ ਧੜਾ ਤੁਹਾਡਾ ਫਿਰ ਮੈਂ ਉੱਥੇ ਹੀ ਆਉਂਗਾ, ਕਿਉਂਕਿ ਪੰਜਾਬ 'ਚ ਜਿਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਸ਼ਹਿਰਾਂ ਦੇ ਵਿੱਚ ਖੜਾ ਕੀਤਾ ਸੀ ਜਾਂ ਬੜੇ ਪੁਰਾਣੇ ਵਰਕਰ ਸੀਗੇ, ਉਹ ਸਾਰੇ ਚਲੇ ਗਏ। ਜਿਵੇਂ ਅਨਿਲ ਜੋਸ਼ੀ ਤੁਹਾਡੇ ਮਿੱਤਰ ਨੇ ਖਾਸ, ਉਹ ਵੀ ਚਲੇ ਗਏ। ਲੱਗਦਾ ਨਹੀਂ ਹੈ ਕਿ ਹੁਣ ਕਿਤੇ ਨਾ ਕਿਤੇ ਨਵੇਂ ਵਰਕਰ ਖੜੇ ਹੋਣਗੇ ਜਾਂ ਨਵੇਂ ਆਣਗੇ ਤਾਂ ਫਿਰ ਨਵੇਂ ਚਿਹਰੇ ਲਿਆ ਕੇ ਜਿਨ੍ਹਾਂ ਦੀ ਪਾਰਟੀ 'ਚ ਹਜੇ ਨਵੀਂ ਐਂਟਰੀ ਹੋਏਗੀ, ਉਹ ਕਿੱਥੇ ਕੰਮ ਕਰ ਪਾਣਗੇ? ਗੁਪਤਾ ਜੀ, ਇੱਥੇ ਵੀ ਜਵਾਬ ਦੇਣਾ ਤੁਹਾਡਾ ਬਣਦਾ ਨਾ, ਕਿਉਂਕਿ ਅਨਿਲ ਜੋਸ਼ੀ ਵਰਗਾ ਵੱਡਾ ਚਿਹਰਾ ਆਪਣੇ ਕੁਨਬੇ ਨਾਲ ਚਲਾ ਗਿਆ, ਤੁਸੀਂ ਰੋਕ ਹੀ ਨਹੀਂ ਸਕੇ। ਨਹੀਂ ਮੈਂ ਦੱਸਦਾ ਦੋ ਤਿੰਨ ਚੀਜ਼ਾਂ ਜੀ ਜੀ। ਦੇਖੋ, ਮੈਂ ਜੇ ਜਾਤੀ ਤੌਰ ਤੇ ਮੇਰੀ ਤੁਸੀਂ ਗੱਲ ਪੁੱਛੋ, ਜਾਤੀ ਤੌਰ ਤੇ ਵੀ ਔਰ ਪਾਰਟੀ ਦਾ ਕੋਈ ਨੇਤਾ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਕੋਈ ਵੀ ਵਰਕਰ ਵੀ ਕਾਰਜਕਰਤਾ ਵੀ ਜਿਹੜਾ ਹੈ ਉਹ ਨਹੀਂ ਕਦੇ ਵੀ ਚਾਹੁੰਦਾ ਕਿ ਕੋਈ ਪਾਰਟੀ ਛੱਡ ਕੇ ਜਾਵੇ। ਠੀਕ ਹੈ ਜੀ। ਚਾਹੇ ਉਹ ਅਨਿਲ ਜੋਸ਼ੀ ਨੂੰ ਤਾਂ ਖੈਰ ਪਾਰਟੀ ਨੇ ਕੱਢ ਦਿੱਤਾ ਸੀ ਔਰ ਬਾਕੀ ਵੀ ਜਿਹੜੇ ਲੋਕ ਗਏ ਨੇ। ਜਾਤੀ ਤੌਰ ਤੇ ਮੈਂ ਮਤਲਬ ਇਸ ਗੱਲ ਨੂੰ ਮੇਰੇ ਬੜੇ ਪੁਰਾਣੇ ਸਾਥੀ ਨੇ ਸਾਰੇ ਤੇ ਮੈਨੂੰ ਆਪਣੇ ਆਪ ਨੂੰ ਵੀ ਦੁੱਖ ਹੈ ਵੀ ਉਹਨਾਂ ਨੂੰ ਜਾਣਾ ਨਹੀਂ ਚਾਹੀਦਾ ਸੀ। ਅਸੀਂ ਕੋਸ਼ਿਸ਼ ਵੀ ਕੀਤੀ ਕਿ ਉਹ ਨਾ ਜਾਣ। ਠੀਕ ਹੈ। ਪਰ ਕਈ ਵਾਰੀ ਐਸਾ ਹੁੰਦਾ ਹੈ ਕਿ ਮਹੱਤਵਕਾਂਖਸ਼ਾਵਾਂ ਔਰ ਹੰਕਾਰ ਜਿਹੜਾ ਹੈ ਉਹ ਜਦੋਂ ਹਾਵੀ ਹੋ ਜਾਂਦਾ ਹੈ ਫਿਰ ਉਹਨੂੰ ਤੁਸੀਂ ਸਮਝਾ ਨਹੀਂ ਸਕਦੇ ਹੈਗੇ। ਮੇਰਾ ਇਹ ਕਹਿਣਾ ਹੈ ਕਿ ਭਾਰਤੀ ਜਨਤਾ ਪਾਰਟੀ ਇੱਕ ਵਿਚਾਰਾਂ ਦੇ ਨਾਲ ਜੁੜਿਆ ਹੋਇਆ ਬਹੁਤ ਵੱਡਾ ਸਮੂਹ ਹੈ ਔਰ ਵਿਚਾਰ ਦੇ ਨਾਲ ਚੱਲਣ ਵਾਲੇ ਲੋਕ ਇੱਥੇ ਹਮੇਸ਼ਾ ਕੰਟੀਨਿਊ ਰਹਿੰਦੇ ਨੇ। ਠੀਕ ਹੈ। ਤੋ ਇਸ ਕਰਕੇ ਉਹਨਾਂ ਨੇ ਨਿਰਣੇ ਕੀਤਾ ਔਰ ਉਹਨਾਂ ਤੇ ਕੀ ਚੀਜ਼ ਹਾਵੀ ਰਹੀ ਹੈ ਤਾਂ ਉਹ ਦੱਸ ਸਕਦੇ ਆ। ਪਰ ਪੰਜਾਬ ਦੇ ਵਿੱਚ ਬੀਜੇਪੀ ਆਪਣਾ ਰਸਤਾ ਹਮੇਸ਼ਾ ਤੁਰਦੀ ਰਹਿੰਦੀ ਹੈ, ਚਰੇਵੇਤੀ ਹਮੇਸ਼ਾ। ਪਾਰਟੀ ਦੇ ਵਿੱਚ ਦੇਖੋ ਬੜਾ ਉਹ ਸਮਾਂ ਸੀਗਾ ਜਦੋਂ 2 ਸੀਟਾਂ ਆਉਂਦੀਆਂ ਸੀ, ਪਾਰਟੀ 'ਚ 2 ਸੀਟਾਂ ਆਉਂਦੀਆਂ ਸੀ ਔਰ ਲੋਕ ਸਾਡੇ ਨੇਤਾਵਾਂ ਦੇ ਘਰੇ ਜ਼ਮਾਨਤਾਂ ਜ਼ਬਤ ਕਰਨ ਵਾਸਤੇ ਖੜੇ ਕਰਦੇ ਸੀ ਅਸੀਂ ਔਰ ਉਹ ਸਾਡੇ ਘਰਾਂ ਦੇ ਬਾਹਰ ਦੀਵੇ ਭੰਨ ਜਾਂਦੇ ਸੀ। ਉਸ ਦੀਵਾ ਚੋਰ ਨਿਸ਼ਾਨ ਹੁੰਦਾ ਹੀ ਜਨਤਾ। ਜੀ ਜੀ ਜੀ। ਔਰ ਉਸ ਤੋਂ ਬਾਅਦ ਸਮਾਂ ਆਇਆ, ਅੱਜ ਦੇਖੋ 303 ਸੀਟਾਂ ਵਾਲੀ ਪਾਰਟੀ ਹੈ ਜਿਹੜੀ ਔਰ 350 ਤੋਂ ਉੱਪਰ ਐਨਡੀਏ ਨੂੰ ਸੀਟਾਂ ਹੈ ਜੀ ਜੀ, ਜਿਹਦੇ ਕਰਕੇ ਅੱਜ ਕੇਂਦਰ 'ਚ ਸਰਕਾਰ ਚੱਲ ਰਹੀ ਹੈ। ਔਰ ਇਹ ਇੱਕ ਨਾ ਵਿਰੋਧੀ, ਇਹ ਸਾਨੂੰ ਸਮਝਣ ਦੀ ਵੀ ਜ਼ਰੂਰਤ ਹੈ। ਸਾਡੇ ਕਾਰਜਕਰਤਾ ਵੀ ਜਿਹੜੇ ਗਏ ਨੇ ਨਾ ਉਹ ਵੀ ਇਸ ਟ੍ਰੈਪ 'ਚ ਫਸ ਗਏ। ਅੱਛਾ। ਉਹਨਾਂ ਨੇ ਲੱਗਣ ਲੱਗ ਗਿਆ ਵੀ ਸ਼ਾਇਦ ਹੁਣ ਬੀਜੇਪੀ ਨੇ ਪੰਜਾਬ ਦੇ ਵਿੱਚ ਕਦੇ ਉੱਠਣਾ ਹੀ ਨਹੀਂ। ਔਰ ਉਹਨਾਂ ਨੂੰ ਲੱਗਣ ਲੱਗ ਗਿਆ ਵੀ ਇੱਥੇ ਅਕਾਲੀ ਦਲ ਨੇ ਪਤਾ ਨਹੀਂ ਉਹਨਾਂ ਨੂੰ ਕੀ ਦੇ ਦੇਣਾ ਹੈ। ਠੀਕ ਹੈ। ਅਕਾਲੀ ਦਲ ਦੀ ਪੁਸ਼ਟ ਭੂਮੀ ਉਹਨਾਂ ਨੂੰ ਸ਼ਾਇਦ ਮੈਨੂੰ ਲੱਗਦਾ ਭੁੱਲ ਗਏ। ਇਹ ਉਹੀ ਅਕਾਲੀ ਦਲ, ਕਈ ਨੇਤਾ ਇਹਨਾਂ ਵਿੱਚੋਂ ਤਾਂ ਐਸੇ ਸੀਗੇ ਜਿਹੜੇ ਵਕਾਲਤ ਕਰਦੇ ਸੀ ਵੀ ਸਮਝੌਤਾ ਤੋੜੋ ਅਕਾਲੀ ਦਲ ਨਾਲ। ਠੀਕ ਹੈ। ਅੱਜ ਅਕਾਲੀ ਦਲ 'ਚ ਚਲੇ ਗਏ ਕਈ ਨੇਤਾ, ਮੈਂ ਸੁਣਿਆ, ਮੈਂ ਵਿਦ ਪ੍ਰੂਫ ਹੈ ਕਈ ਹੋਣੇ। ਹੋਰ ਕਿ ਵੀ ਅਕਾਲੀ ਦਲ ਨਾਲ ਸਮਝੌਤਾ ਤੋੜੋ, ਅੱਜ ਅਕਾਲੀ ਦਲ ਚਲੇ ਗਏ। ਤੁਹਾਡੀ ਪਾਰਟੀ ਬਹੁਤ ਬਗਾਵਤ ਕਰਦੀ ਸੀ। ਇਹ ਹਮੇਸ਼ਾ ਸੀਗਾ। ਔਰ ਦੂਸਰੀ ਗੱਲ, ਕਿਸਾਨ ਜਿਹੜੀ ਬਾਰ-ਬਾਰ ਕਿਸਾਨਾਂ ਦੀ ਗੱਲ ਕਰਦੇ ਨਾ ਭਾਈ,
ਜੇ ਉਹ ਸਾਡੇ ਤੋਂ ਲੱਗੀ ਹੋਏ ਸੀ ਤੇ ਘੱਟੋ ਘੱਟ ਕਿਸਾਨਾਂ ਦੇ ਅੰਦੋਲਨ 'ਚ ਬਹਿ ਜਾਂਦੇ ਜਾ ਕੇ। ਉਹ ਤਾਂ ਸਿਆਸੀ ਪਾਰਟੀ ਚਲੇ ਗਏ ਜਿਹੜੀ ਵਕਾਲਤ ਕਰਦੀ ਰਹੀ ਸਤੰਬਰ ਤੱਕ, ਅਗਸਤ ਸਤੰਬਰ ਤੱਕ ਕਿ ਜੀ ਇਹ ਕਾਨੂੰਨ ਬੜੇ ਅੱਛੇ ਨੇ। ਇਹ ਕਾਨੂੰਨਾਂ ਦੀ ਵਕਾਲਤ ਕਰਦੇ ਰਹੀ, ਸੁਖਬੀਰ ਬਾਦਲ ਜੀ ਵੀ ਕਰਦੇ ਰਹੇ, ਬੀਬਾ ਹਰਸਿਮਰਤ ਕੌਰ ਜੀ ਵੀ ਕਰਦੇ ਰਹੇ, ਸਾਰੇ ਵਕਾਲਤ ਕਰਦੇ ਸੀ ਕਾਨੂੰਨ ਬੜੇ ਅੱਛੇ ਆ, ਸਾਡੇ ਕੋਲ ਰਿਕਾਰਡਿੰਗਾਂ ਪਈਆਂ। ਸੋ ਇਸ ਕਰਕੇ ਇਹ ਤਾਂ ਕੇਵਲ ਮਹੱਤਵਕਾਂਖਸ਼ਾਵਾਂ ਦਾ ਮਾਮਲਾ ਹੈ। ਠੀਕ ਹੈ। ਔਰ ਮਹੱਤਵਕਾਂਖਸ਼ਾ ਦਾ ਮੁੱਲ ਤਾਂ ਰਾਜਨੀਤੀ 'ਚ ਤੁਹਾਨੂੰ ਪਤਾ ਹੀ ਹੈ ਕਿੱਦਾਂ ਦਾ ਹੁੰਦਾ, ਨਾ ਤਾਂ ਹੰਕਾਰ ਦਾ ਕੋਈ ਮੁੱਲ ਹੁੰਦਾ ਤੇ ਨਾ ਮਹੱਤਵਕਾਂਖਸ਼ਾ ਦਾ ਕੋਈ ਮੁੱਲ ਹੁੰਦਾ। ਆਪਣਾ ਪਰਿਵਾਰ ਔਰ ਆਪਣਾ ਘਰ ਆਪਣਾ ਹੀ ਹੁੰਦਾ ਹੈ, ਇਹ ਹਮੇਸ਼ਾ ਇੱਕ ਚੀਜ਼ ਬੜੀ ਕਲੀਅਰ ਹੈਗੀ। ਮਤਲਬ ਇਹ ਮੰਨ ਕੇ ਚੱਲੀਏ ਕਿ ਜਿਹੜਾ ਕੁਨਬਾ ਗਿਆ ਵਾ, ਦੇਖੋ ਰਾਘਵ ਚੱਡਾ ਨੇ ਇੱਕ ਬਹੁਤ ਵੱਡਾ ਬਿਆਨ ਦਿੱਤਾ ਆਮ ਆਦਮੀ ਪਾਰਟੀ ਦੇ ਲਈ। ਉਹਨੇ ਕਿਹਾ ਕਿ ਜਿਹੜੀ ਅਕਾਲੀ ਦਲ ਹੈ ਨਾ ਇਸ ਟਾਈਮ ਉਹ ਬੀਜੇਪੀ ਦੀ ਏ ਟੀਮ ਹੈ ਔਰ ਬੀजेपी अपने सारे वर्कर्स ਨੂੰ ਉੱਥੇ ਭੇਜ ਰਹੀ ਹੈ और बाद ਦੇ ਵਿੱਚ ਇਕੱਠੇ ਹੋ ਜਾਣਗੇ, ਕਹਿਣਗੇ हमारा तो 9 मास का रिश्ता था, हम सब इकट्ठे ही थे, हम तो भाई भाई हैं क्योंकि पुरानी पार्टी है थोड़ी। ਦਿੱਲੀ ਦੁੱਲੀ ਵਾਲਿਆਂ ਨੂੰ ਕੀ ਪੰਜਾਬ ਦੀ ਰਾਜਨੀਤੀ ਦਾ ਪਤਾ ਹੈ? ਅੱਛਾ ਜੀ। ਉਹਨਾਂ ਨੂੰ ਦੇਖੋ ਸਾਡੀ ਏ ਟੀਮ, ਬੀ ਟੀਮ, ਸੀ ਟੀਮ, ਸਾਨੂੰ ਇਦਾਂ ਦੀ ਕੋਈ ਟੀਮ ਨਹੀਂ ਚਾਹੀਦੀ ਜਿਹੜੀ ਗੱਪਾਂ ਦਾ ਕੜਾ ਛੱਡੀ ਜਾਂਦਾ ਹੋਵੇ। ਸਾਨੂੰ ਨਹੀਂ ਚਾਹੀਦੀ। ਸਾਨੂੰ ਤਾਂ ਅੱਜ ਦੀ ਡੇਟ 'ਚ ਦੇਖੋ ਬੜਾ ਇਹ ਵਿਚਾਰ ਕਰਨ ਵਾਲੀ ਗੱਲ ਹੈ ਔਰ ਇਹ ਤੇ ਬੜਾ ਸੋਚਣ ਵਾਲੀ ਵੀ ਜ਼ਰੂਰਤ ਹੈ ਕਿ ਬਈ ਪੰਜਾਬ ਨੂੰ ਦੇਣਾ ਕੀ ਹੈ, ਪੰਜਾਬ ਦਾ ਭਲਾ ਕਿੱਦਾਂ ਹੋ ਸਕਦਾ। ਠੀਕ ਹੈ। ਅਸੀਂ ਤਾਂ ਕੇਵਲ ਆਪਣੀਆਂ ਸਿਆਸੀ ਰੋਟੀਆਂ ਸੇਕਣ ਵਾਸਤੇ ਕੁਝ ਵੀ ਬੋਲਦੇ ਹਾਂ, ਕੁਝ ਵੀ ਕਹਿੰਦੇ ਆ। ਠੀਕ ਹੈ। ਦਿੱਲੀ ਦੇ ਵਿੱਚ ਉਹਨਾਂ ਦੀ ਕੁਝ ਹੋਰ ਭੂਮਿਕਾ ਹੈ, ਪੰਜਾਬ ਦੇ ਵਿੱਚ ਉਹਨਾਂ ਦੀ ਆ ਕੇ ਕੁਝ ਹੋਰ ਭੂਮਿਕਾ ਹੋ ਜਾਂਦੀ ਹੈ। ਇੱਥੇ ਬਿਜਲੀ ਸਸਤੀ ਦੇਣ ਦੀ ਵੀ ਗੱਲ ਕਰ ਜਾਂਦੇ ਨੇ, ਇੱਥੇ ਹੋਰ ਵੀ ਬੜੀਆਂ ਤਰ੍ਹਾਂ ਦੀਆਂ ਗੱਲਾਂ ਕਰ ਜਾਂਦੇ ਨੇ। ਦਿੱਲੀ 'ਚੋਂ ਕੀ ਕਰ ਰਹੇ ਨੇ, ਇਹਦੇ ਤੇ ਥੋੜਾ ਜਿਹਾ ਕੰਪੈਰੀਜ਼ਨ ਕਰਨ ਦੀ ਜ਼ਰੂਰਤ ਹੈ। ਗੁਪਤਾ ਜੀ ਇੱਕ ਆਖਰੀ ਪ੍ਰਸ਼ਨ ਹੈ, ਉਸ ਤੋਂ ਬਾਅਦ ਇਸ ਕਨਵਰਸੇਸ਼ਨ ਨੂੰ ਸਮਾਪਤ ਕਰਾਂਗੇ, ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਲੁਧਿਆਣੇ 'ਚ ਤੁਸੀਂ ਵਸਦੇ ਹੋ, ਕਿ ਜੀਵਨ ਗੁਪਤਾ ਆਉਣ ਵਾਲੀ 117 ਸੀਟਾਂ ਦੇ ਵਿੱਚ ਕਿਤੇ ਨਾ ਕਿਤੇ ਲੁਧਿਆਣੇ ਵਿੱਚ ਫਿੱਟ ਬੈਠਦਾ ਹੈ? ਪਹਿਲਾ ਪ੍ਰਸ਼ਨ। ਔਰ ਦੂਸਰਾ, ਜੀਵਨ ਗੁਪਤਾ ਦੇ ਕੋਲ ਇੱਥੇ ਯਾਨੀ ਕਿ ਪੰਜਾਬ ਭਾਜਪਾ ਦੇ ਕੋਲ ਇੱਥੇ ਮੌਜੂਦਾ ਕੈਂਡੀਡੇਟਸ ਹੈਗੇ ਨੇ ਜਿਹੜੇ ਲੜਾਈ ਕਰ ਸਕਣ? ਕਿਉਂਕਿ ਬਹੁਤ ਵੱਡਾ ਕੈਂਡੀਡੇਟ ਜਿਹਨੂੰ ਆਪਾਂ ਕਹਿ ਮੰਨ ਸਕਦੇ ਸੀਗੇ ਆਰ ਡੀ ਸ਼ਰਮਾ ਜੀ ਵੀ ਚਲੇ ਗਏ, ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕ ਨੇ ਜਿਹੜੇ ਚਲੇ ਹੀ ਗਏ। ਇਹਦਾ ਮਤਲਬ ਇਹ ਹੈ ਕਿ ਐਤਕੀ ਫਿਰ ਕਿਤੋਂ ਉੱਪਰੋਂ ਪੈਰਾਸ਼ੂਟ ਕੈਂਡੀਡੇਟ ਲੈ ਕੇ ਤੇ ਬਿਠਾਉਣ ਦੀ ਤਿਆਰੀ ਹੋ ਰਹੀ ਹੈ? ਨਹੀਂ, ਐਸਾ ਨਹੀਂ ਕੁਝ ਹੈਗਾ। ਮਤਲਬ ਪਹਿਲਾਂ ਤਾਂ ਇਹ ਸਵਾਲ ਜਵਾਬ ਜ਼ਰੂਰ ਦਿਓ, 117 ਦੇ ਵਿੱਚ ਕਿਤੇ ਜੀਵਨ ਗੁਪਤਾ ਫਿੱਟ ਬੈਠ ਰਿਹਾ ਇਸ ਵਾਰ ਕਿ ਨਹੀਂ, ਕਿਉਂਕਿ ਸਿਨੈਰੀਓ ਬਦਲਦਾ ਨਜ਼ਰ ਆ ਰਿਹਾ। ਦੇਖੋ, ਪਾਰਟੀ ਨੇ ਮੇਰੀ ਜ਼ਿੰਮੇਵਾਰੀ ਲਗਾਈ ਹੈ ਕਿ ਅਸੀਂ ਸਾਰੀ ਪਾਰਟੀ ਨੂੰ, ਪੂਰੀ ਪੰਜਾਬ ਦੀ ਜਿਹੜੀ ਟੀਮ ਹੈ ਉਹਨੇ ਪਾਰਟੀ ਨੂੰ ਹਰ ਜਗ੍ਹਾ ਸੰਗਠਨਾਤਮਕ ਤੌਰ ਤੇ ਮਜ਼ਬੂਤ ਕਰਨਾ ਹੈ। ਠੀਕ ਹੈ। ਅਸੀਂ ਕਰ ਰਹੇ ਹਾਂ। ਠੀਕ ਹੈ। ਬਾਕੀ ਯੋਜਨਾ ਹੈ ਸਾਡੀ ਪਾਰਟੀ ਦਾ ਇੱਕ ਸਿਸਟਮ ਹੈ। ਉਹ ਸਿਸਟਮ ਦੇ ਵਿੱਚ ਅਗਰ ਸਾਨੂੰ ਉਹ ਕਹਿਣਗੇ ਵੀ ਕਿਤੇ ਚੋਣ ਲੜਨੀ ਹੈ ਤਾਂ ਲੜਾਂਗੇ, ਕੋਈ ਦਿੱਕਤ ਨਹੀਂ ਹੈਗੀ। ਐਸਾ ਕੁਝ ਨਹੀਂ ਹੈਗਾ। ਜਿੱਥੋਂ ਤੱਕ ਰਹੀ ਲੁਧਿਆਣੇ ਦੀਆਂ ਸੀਟਾਂ ਦੀ ਗੱਲ, 6 ਜਿਹੜੀਆਂ ਸ਼ਹਿਰੀ ਸੀਟਾਂ ਨੇ, ਉਹ 6 ਦੇ ਵਿੱਚ ਸਾਡੇ ਕੋਲ ਭਰਪੂਰ ਕੈਂਡੀਡੇਟ। ਆਰ ਡੀ ਸ਼ਰਮਾ ਵੀ ਅਗਰ ਪਾਰਟੀ 'ਚ ਹੁੰਦੇ ਤੇ ਉਹਨਾਂ ਨੂੰ ਵੀ ਕੰਸੀਡਰ ਕਰਨਾ, ਤਾਂ ਉਹ ਅਕਾਲੀ ਦਲ 'ਚ ਚਲੇ ਗਏ। ਇਸ ਕਰਕੇ ਉੱਥੇ ਵੀ ਸਾਡੇ ਕੋਲ, ਉਸ ਵਿਧਾਨ ਸਭਾ 'ਚ ਵੀ ਔਰ ਬਾਕੀ ਵਿਧਾਨ ਸਭਾ 'ਚ ਵੀ ਸਾਡੇ ਕੋਲ 3-3, 4-4, 5-5 ਕੈਂਡੀਡੇਟ ਵੀ ਹੈ ਜਿਹੜੇ ਲੜਨਾ ਚਾਹੁੰਦੇ ਨੇ ਇਲੈਕਸ਼ਨ। ਔਰ ਉਹਨਾਂ ਨੂੰ ਪਾਰਟੀ ਜੋ ਸਾਡੀ ਹਾਈ ਕਮਾਂਡ ਦਾ ਸਿਸਟਮ ਹੁੰਦਾ ਹੈ ਕਿ ਉਹਦੇ ਤੇ ਵਿਚਾਰ ਕਰਕੇ, ਸਭ ਦੇ ਵਿਚਾਰ ਲੈ ਕੇ ਔਰ ਜੋ ਸਰਵੇ ਦੇ ਅੰਦਰ ਅੱਛਾ ਆਏਗਾ ਉਹਨੂੰ ਲੜਾਵਾਂਗੇ। ਔਰ ਇਹ ਇਕੱਲਾ ਲੁਧਿਆਣਾ ਨਹੀਂ, ਪੂਰੇ ਪੰਜਾਬ ਦੇ ਅੰਦਰ ਸਾਡੇ ਕੋਲ ਅੱਛੇ ਕੈਂਡੀਡੇਟ ਹੈ। 117 ਦੀਆਂ 17 ਸੀਟਾਂ ਦੇ ਅਸੀਂ ਇਲੈਕਸ਼ਨ ਲੜਨੀ ਹੈ। ਬਹੁਤ ਵੱਡੀ ਗੱਲ ਹੋਏਗੀ ਤੁਹਾਡੇ ਵਾਸਤੇ ਅੱਜ, ਕਿਉਂਕਿ 117 ਸੀਟਾਂ, ਇੱਕ ਤੁਸੀਂ 20-23 ਤੋਂ ਸਾਨੂੰ ਮਿਊਨਿਸਪਲ ਕਮੇਟੀ ਦੇ ਇਲੈਕਸ਼ਨਾਂ ਔਰ ਕਾਰਪੋਰੇਸ਼ਨ ਦੇ ਵਿੱਚ ਵੀ ਇਹੀ ਗੱਲ ਕਹਿੰਦੇ ਸੀ ਕਿ ਜੀ ਬੀਜੇਪੀ ਨੂੰ ਕੈਂਡੀਡੇਟ ਨਹੀਂ ਲੱਭਣੇ। ਠੀਕ ਹੈ। ਦੇਖੋ ਪ੍ਰਭਾਤ ਜੀ, ਮੈਂ ਤੁਹਾਨੂੰ ਗੱਲ ਦੱਸਦਾ, ਜੋ ਮਰਜ਼ੀ ਕੋਈ ਕੁਝ ਕਹੀ ਜਾਵੇ, ਅਸੀਂ ਉਹ ਜਿਹੜੀਆਂ ਇਲੈਕਸ਼ਨ ਹੋਈਆਂ ਸੀਗੀਆਂ ਪਿੱਛੇ, ਉਹ 400 ਵਾਰਡਾਂ 'ਚ ਲੜਦੇ ਸੀ। ਠੀਕ ਹੈ। ਤੇ ਪਿਛਲੀ ਵਾਰੀ ਜਦੋਂ ਇਲੈਕਸ਼ਨ ਨਿਕਲ ਕੇ ਗਿਆ, ਟੋਟਲ ਅਸੀਂ ਸੀ ਕੈਟਾਗਰੀ ਤੋਂ ਥੱਲੇ ਦੇ ਇਲੈਕਸ਼ਨ ਨੂੰ ਤਾਂ ਅਸੀਂ ਸਿੰਬਲ ਤੋਂ ਬਗੈਰ ਕਰਤਾ, ਔਰ ਉਹ ਏ, ਬੀ ਔਰ ਸੀ ਕੈਟਾਗਰੀ ਦੇ ਵਿੱਚ ਟੋਟਲ ਜਿਹੜੇ ਬਣਦੇ ਸੀ 1500 ਕੁਝ ਵਾਰਡ ਬਣਦੇ ਸੀ, ਜਿਹਦੇ ਵਿੱਚੋਂ ਅਸੀਂ 1250 ਵਾਰਡ ਲੜੇ ਆ। 1250 ਵਾਰਡ ਲੜੇ ਆ ਅਸੀਂ ਉਹਦੇ ਵਿੱਚ। ਔਰ ਠੀਕ ਹੈ ਕਿ ਉਸ ਟਾਈਮ ਉਹਨਾਂ ਨੇ ਲੁੱਟ ਪਾਈ ਇਲੈਕਸ਼ਨਾਂ ਦੇ ਵਿੱਚ, ਔਰ ਅਸੀਂ ਫਿਰ ਵੀ ਸਾਡੇ ਟੋਟਲ 72 ਕੈਂਡੀਡੇਟ ਜਿਹੜੇ ਨੇ ਉਹ ਕਾਉਂਸਲਰ ਜਿੱਤ ਕੇ ਆਏ। ਇਹਦੇ ਵਿੱਚੋਂ 72 ਜਿੱਤ ਕੇ ਆਏ। ਮਤਲਬ ਇਹਨੂੰ ਤੁਸੀਂ ਇਹ ਨਾ ਸਮਝੋ ਕਿ ਬੀਜੇਪੀ ਕੋਈ ਪੰਜਾਬ ਦੇ ਵਿੱਚੋਂ ਖਤਮ ਹੋ ਰਹੀ ਹੈ ਜਾਂ ਬੀਜੇਪੀ 'ਚ ਪੰਜਾਬ 'ਚ ਬੀਜੇਪੀ ਨੂੰ ਸਾਡੇ ਕੋਲ ਕੈਂਡੀਡੇਟ ਨਹੀਂ। ਦੇਖੋ, ਇੱਕ ਗੱਲ ਬੜੀ ਕਲੀਅਰ ਹੁੰਦੀ ਹੈ, ਮੈਂ ਇਸ ਗੱਲ ਨੂੰ ਸਵੀਕਾਰ ਕਰਦਾ ਕਿ ਬੜੇ ਲੰਬੇ ਸਮੇਂ ਸਾਡਾ ਸਮਝੌਤਾ ਰਿਹਾ ਅਕਾਲੀ ਦਲ ਦੇ ਨਾਲ, ਔਰ ਅਸੀਂ ਇੱਕ ਸੀਮਤ ਪਾਰਟੀ ਦੇ ਰੂਪ 'ਚ ਪਾਰਟੀ 'ਚ ਭੂਮਿਕਾ ਪੰਜਾਬ 'ਚ ਅਦਾ ਕਰ ਰਹੇ ਸੀ। ਠੀਕ ਹੈ। ਹੁਣ ਸਾਨੂੰ ਪੂਰੀ ਦੀ ਪੂਰੀ ਪੰਜਾਬ ਨੂੰ ਲੀਡ ਕਰਨ ਵਾਸਤੇ ਮੌਕਾ ਮਿਲਿਆ, ਔਰ ਅਸੀਂ ਹੌਲੀ ਹੌਲੀ ਆਪਣਾ ਆਧਾਰ ਜਿਹੜਾ ਹੈ, ਜਿੱਥੇ ਸਪੇਸ ਘੱਟ ਸੀਗੀ,
ਸਾਡੇ ਕੋਲ ਉੱਥੇ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਵਧ ਰਹੇ ਹਾਂ। ਸੀਐਮ ਦਾ ਚਿਹਰਾ ਕਿਹੜਾ ਹੋ ਸਕਦਾ ਪੰਜਾਬ ਦੇ ਵਿੱਚ? ਦੇਖੋ ਐਸਾ ਹੈ ਪੰਜਾਬ ਦੇ ਵਿੱਚ, ਤੁਸੀਂ ਅਨਾਉਂਸ ਕਰਤਾ ਨਾ ਪੰਜਾਬ ਦੇ ਵਿੱਚ ਘੱਟੋ ਘੱਟ ਅਸੀਂ ਐਸਾ ਚਿਹਰਾ ਜਿਹੜੇ ਉਹ ਕਹਿ ਦੇਣਾ ਵੀ ਉਹ ਟ੍ਰੈਡੀਸ਼ਨਲ ਮਾਮਲਾ ਤਾਂ ਰਹਿਣ ਵਾਲਾ ਨਹੀਂ ਹੈਗਾ। ਅੱਛਾ, ਅਸੀਂ ਕਹਾਂਗੇ ਕਿ ਜੋ ਅੱਛਾ ਪੰਜਾਬ ਵਾਸਤੇ ਕਰ ਸਕਦਾ ਹੈ ਔਰ ਜੋ ਵਧੀਆ ਕਰ ਸਕਦਾ ਹੈ ਪੰਜਾਬ ਦੇ ਵਿੱਚ, ਇਹ ਜੋ ਅਸੀਂ ਚੀਜ਼ਾਂ ਕਹਿ ਰਹੇ ਹਾਂ, ਨਸ਼ਾ ਮੁਕਤ ਪੰਜਾਬ, ਭ੍ਰਿਸ਼ਟਾਚਾਰ ਮੁਕਤ ਪੰਜਾਬ, ਵਪਾਰੀਆਂ ਦੇ ਹਿੱਤਾਂ ਵਾਲਾ ਪੰਜਾਬ, ਉਦਯੋਗ ਨੂੰ ਬਚਾਉਣ ਵਾਲਾ ਪੰਜਾਬ, ਕਿਸਾਨੀ ਨੂੰ ਬਚਾਉਣ ਵਾਲਾ ਪੰਜਾਬ, ਇਹ ਨੌਜਵਾਨਾਂ ਨੂੰ ਬਚਾਉਣ ਵਾਲਾ ਪੰਜਾਬ, ਉਹ ਪੰਜਾਬ ਵਾਸਤੇ ਜੋ ਵੀ ਵਧੀਆ ਚਿਹਰਾ ਹੋਏਗਾ ਉਹਨੂੰ ਅੱਗੇ ਲੈ ਕੇ ਆਵਾਂਗੇ। ਮਤਲਬ ਤੁਹਾਡਾ ਮੇਨ ਵਿਜ਼ਨ ਇਹੀ ਹੈ ਕਿ 5-7 ਜਿਹੜੇ ਤੁਸੀਂ ਗੱਲਾਂ ਕਹਿ ਰਹੇ ਹੋ ਇਹਨਾਂ ਵਿਜ਼ਨਸ ਨੂੰ ਲੈ ਕੇ ਚੱਲੋਗੇ, ਅਗਲੇ ਤੁਹਾਡੇ ਮੈਨੀਫੈਸਟੋ 'ਚ ਇਹ ਮੁੱਖ ਤੌਰ ਤੇ ਲਾਗੂ ਹੋਣਗੇ? ਇਹ ਬਿਲਕੁਲ 100% ਇਹ ਚੀਜ਼ਾਂ ਸਾਡੇ ਮੈਨੀਫੈਸਟੋ 'ਚ ਰਹਿਣ ਵਾਲੀਆਂ ਆਉਣ ਵਾਲੇ ਸਮੇਂ ਦੇ। ਸਾਡੀ ਟੀਮ ਹੈ, ਅਸੀਂ ਕੋਈ ਇਕੱਲਾ ਦਾ ਮੈਂ ਕੁਝ ਕਰਨ ਵਾਲਾ ਹੈ ਨਹੀਂ। ਜੀ। ਸਾਡੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਜੀ ਦੀ ਅਗਵਾਈ ਦੇ ਵਿੱਚ ਇਹ ਸਾਰਾ ਕੁਝ ਹੋਣਾ ਹੈ ਔਰ ਉਹਨਾਂ ਨੇ ਬੈਠ ਕੇ ਕੋਰ ਗਰੁੱਪ ਨਾਲ ਵੀ ਤੈਅ ਕਰਨਾ ਹੈ, ਟੀਮਾਂ ਅਲੱਗ-ਅਲੱਗ ਬਣ ਰਹੀਆਂ, ਉਹਨਾਂ ਵਿੱਚ ਬੈਠ ਕੇ ਉਹਨਾਂ ਨੂੰ ਕੰਮ ਦੇਣਾ, ਉਹ ਸਭ ਆਪਣੇ ਆਪਣੇ ਕੰਮ 'ਚ ਲੱਗੇ ਹੋਏ ਆ ਔਰ ਪੰਜਾਬ ਨੂੰ ਕਿਹਨਾਂ ਚੀਜ਼ਾਂ ਦੀ ਜ਼ਰੂਰਤ ਹੈ ਉਹ ਸਭ ਚੀਜ਼ਾਂ ਨੂੰ ਪੂਰਨ ਕਰਦੇ ਹੋਏ ਅੱਗੇ ਵਧਣਾ ਔਰ 100% ਮੈਂ ਤੁਹਾਨੂੰ ਪ੍ਰਭਾਤ ਜੀ ਹੁਣ ਵੀ ਇਹ ਗੱਲ ਕਹਿ ਰਿਹਾ ਕਿ ਪੰਜਾਬ ਦੀ ਜਨਤਾ ਕੇਵਲ ਭਾਰਤੀ ਜਨਤਾ ਪਾਰਟੀ ਦੇ ਵਿਸ਼ਵਾਸ ਕਰੇਗੀ। ਮਤਲਬ ਜੈ ਸ਼੍ਰੀ ਰਾਮ ਦਾ ਨਾਰਾ ਚੱਲੇਗਾ ਪੰਜਾਬ 'ਚ? ਨਹੀਂ, ਦੇਖੋ ਜੈ ਸ਼੍ਰੀ ਰਾਮ ਤਾਂ ਸਾਰੇ ਲੋਕ ਕਹਿੰਦੇ ਨੇ ਜੀ, ਉਹ 'ਚ ਕੀ ਗੱਲ ਹੈ? ਕਿਉਂਕਿ ਹੁਣ ਤਾਂ ਕਹਿਣ ਲੱਗੇ ਨਾ, ਸਾਰੀ ਅਦਰਸ ਪਾਰਟੀਆਂ ਵੀ ਕਹਿਣ ਲੱਗੇ ਨਾ, ਪੰਜਾਬ ਦੇ ਵਿੱਚ ਬਹੁਤ ਘੱਟ ਗੂੰਜਦਾ ਸੀ। ਮੇਰੀ ਤੁਹਾਨੂੰ ਵੀ ਬੇਨਤੀ ਹੈ ਕਿ ਸਾਨੂੰ ਇੱਕ ਵਰਗ ਨਾਲ ਨਾ ਜੋੜੋ। ਨੋ ਡਾਊਟ ਅਸੀਂ ਪੰਜਾਬ ਦੇ ਵਿੱਚ ਬੀਜੇਪੀ ਹਰ ਵਰਗ ਦੀ ਪਾਰਟੀ। ਹਾਂ, ਠੀਕ ਹੈ। ਜੈ ਸ਼੍ਰੀ ਰਾਮ ਦਾ ਨਾਰਾ ਵੀ ਲੱਗੇਗਾ, ਜੋ ਭੋਲੇ ਸੋਨੇ ਹਾਲ ਸਤਿ ਸ੍ਰੀ ਅਕਾਲ ਦਾ ਵੀ ਨਾਰਾ ਲੱਗੇਗਾ, ਸਾਰੇ ਨਾਰੇ ਲੱਗਣਗੇ, ਸਾਰਿਆਂ ਨੂੰ ਨਾਲ ਲੈ ਕੇ ਅੱਗੇ ਵਧਣਾ ਹੈ। ਠੀਕ ਹੈ, ਐਸੀ ਨਹੀਂ ਗੱਲ ਹੈਗੀ। ਤੁਸੀਂ ਦੇਖੋ ਨਾ, ਤੁਸੀਂ ਮੇਰੇ ਤੋਂ ਇੱਕ ਕਿਤਾਬ ਲੈਣਾ ਜਿਹਦੇ ਵਿੱਚ ਮੈਂ ਉਹ ਦੇਖੀ ਹੈ ਬੁੱਕ, ਉਹ ਜਿਹੜੀ ਆਈ ਹੈ, ਉਹਦੇ ਵਿੱਚ ਕਿੰਨੇ ਮੋਦੀ ਸਾਹਿਬ ਨੇ ਸਿੱਖ ਸਮਾਜ ਵਾਸਤੇ ਕੰਮ ਕੀਤੇ। ਠੀਕ ਹੈ, ਪੜ੍ਹਨਾ ਉਹਨੂੰ, ਕਿੰਨੇ ਕੰਮ ਕੀਤੇ। ਇਹ ਐਵੇਂ ਸਿੱਧੂ ਸਾਹਿਬ ਟਪੂਸੀਆਂ ਮਾਰੀ ਜਾਂਦੇ ਨੇ ਕਰਤਾਰਪੁਰ ਸਾਹਿਬ ਦਾ, ਵੀ ਕੇਂਦਰ ਸਰਕਾਰ ਤੋਂ ਬਿਨਾਂ ਲਾਂਘਾ ਖੁੱਲ ਸਕਦਾ ਸੀ, ਮੋਦੀ ਜੀ ਨੇ ਕੀਤਾ। ਕ੍ਰੈਡਿਟ ਲੈ ਗਏ ਨਾ, ਪਾਕਿਸਤਾਨ ਜਾ ਕੇ ਭਾਸ਼ਣ ਦੇ ਆਏ। ਉਹ ਜੋ ਪਾਕਿਸਤਾਨ ਕਰਦੇ ਨੇ ਉਹ ਕਰਾਉਂਦੇ ਨੇ, ਹੁਣ ਪਤਾ ਹੀ ਆਪਾਂ ਨੂੰ। ਐਵੇਂ ਉਹ ਗੱਲ ਮੈਂ ਤੁਹਾਨੂੰ ਹਵਾਈ ਇਹ ਚੌਕੇ ਚੱਕਿਆਂ ਵਾਲੀ ਗੱਲ ਹੈ, ਹਵਾ ਚੌਕਾ ਛੱਕਾ ਮਾਰ ਦੇਣਾ ਉਹ ਕੰਮ ਹੈ ਇਹ। ਠੀਕ ਹੈ ਬਈ, ਪ੍ਰੈਕਟੀਕਲੀ ਉਹਨੂੰ ਕੌਣ ਕਰ ਸਕਦਾ ਸੀ? ਮੈਨੂੰ ਦੱਸੋ ਵੀ ਕੇਂਦਰ ਸਰਕਾਰ ਦੀ ਮਨਜ਼ੂਰੀ ਤੋਂ ਬਿਨਾਂ ਉਹ ਸੰਭਵ ਸੀਗਾ? ਤੁਸੀਂ ਦੱਸੋ ਪਹਿਲਾਂ ਮੈਨੂੰ। ਨਹੀਂ ਠੀਕ ਹੈ, ਮੈਂ ਆਪਾਂ ਕੈਮਰੇ ਤੇ ਬੋਲ ਰਹੇ ਹਾਂ। ਨਹੀਂ ਬਿਲਕੁਲ ਸਹੀ ਗੱਲ ਹੈ ਜੀ, ਸੰਭਵ ਨਹੀਂ ਸੀਗਾ। ਫਿਰ ਚਲੋ ਛੱਡੋ, 84 ਦੇ ਦੰਗਾਈਆਂ ਨੂੰ ਕਿੰਨੀ ਦੇਰ ਤੋਂ ਮਾਮਲਾ ਲਟਕਿਆ ਜੀ? ਉਹਨਾਂ ਨੂੰ ਕਿਹਨੇ ਸਜ਼ਾ ਦਿੱਤੀ? ਐਸਆਈਟੀ ਬਣਾਈ ਤੁਹਾਡੀ ਸਰਕਾਰ ਨੇ ਦਿੱਤੀ ਸਜ਼ਾ, ਤੁਹਾਡੀ ਸਰਕਾਰ ਨੇ ਆ ਕੇ ਐਸਆਈਟੀ ਬਣਾਈ। ਬਿਲਕੁਲ ਠੀਕ ਹੈ। ਇਹਦੇ ਤੱਕ ਫਿਰ ਇਸ ਤੋਂ ਇਲਾਵਾ ਅਨੇਕ ਕੰਮ, ਅਨੇਕ ਕਾਲੀ ਸੂਚੀ ਸੀ ਬੜੀ ਲੰਬੀ ਪ੍ਰਭਾਤ ਜੀ, ਜਿਹਨੂੰ ਬਲੈਕ ਲਿਸਟ 25 ਸਾਲ ਤੋਂ ਸਾਡੇ ਪੰਜਾਬੀ ਭਰਾ ਫੋਰਨ ਚ ਬੈਠੇ ਸੀ, ਉਹ ਇੱਥੇ ਆਪਣੇ ਮਾਂ-ਬਾਪ ਨੂੰ ਨਹੀਂ ਮਿਲ ਸਕੇ ਸੀ। ਉਹਨਾਂ ਨੂੰ ਮਾਂ-ਬਾਪ ਪਾਸਪੋਰਟ ਇਸ਼ੂ ਹੋਏ, ਆਪਣੇ ਮਾਂ-ਬਾਪ ਨੂੰ ਮਿਲਣ ਦਾ ਮੌਕਾ ਮਿਲਿਆ। ਸੋ ਇਹ ਬੜੇ ਕੰਮ ਨੇ। ਮੈਂ ਹੁਣ ਵੀ ਕਹਿਣਾ, ਦੇਖੋ ਪੰਜਾਬ ਦੇ ਪੰਜਾਬੀਆਂ ਨੂੰ ਬਾਕੀ ਸਿਆਸੀ ਪਾਰਟੀਆਂ ਨੇ ਬੀਜੇਪੀ ਦੇ ਖਿਲਾਫ ਯੋਜਨਾਬੰਦ ਢੰਗ ਦੇ ਨਾਲ ਖਿਲਾਫ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਨੂੰ ਪਤਾ ਸੀਗਾ ਕਿ ਬੀਜੇਪੀ ਹੀ ਇੱਕ ਪਾਰਟੀ ਹੈ ਜਿਹਦੇ ਲੋਕ ਵਿਸ਼ਵਾਸ ਕਰਨਗੇ, ਪਰ ਅਸੀਂ ਆਪਣੀ ਗੱਲ ਨੂੰ ਬਾਰ-ਬਾਰ ਕਹੀ ਜਾਣਾ, ਲੋਕਾਂ ਤੱਕ ਕਹੀ ਜਾਣਾ। ਔਰ ਮੈਂ ਤੁਹਾਨੂੰ ਦੱਸ ਰਿਹਾ ਕਿ ਕਿਸਾਨ ਭਰਾ ਵੀ ਬੜੇ ਹੁਮ-ਹੁਮਾ ਕੇ ਬੀਜੇਪੀ ਨੂੰ ਵੋਟਾਂ ਪਾਣਗੇ, ਜੋ ਮਰਜ਼ੀ ਕੋਈ ਕੁਝ ਕਹੀ ਜਾਵੇ। ਇਹ ਸਮਝਣ ਦੀ ਜ਼ਰੂਰਤ ਹੈ। ਜਿੱਦਣ ਉਹਨਾਂ ਨੂੰ ਇਹ ਗੱਲ ਸਮਝ ਆ ਗਈ ਬਈ 5 ਸਾਲ ਬਾਅਦ ਸਾਡੇ ਕੋਲ ਪਾਣੀ ਨਹੀਂ ਰਹਿਣਾ ਝੋਨਾ ਲਾਉਣ ਵਾਸਤੇ, ਪਾਣੀ 400 ਫੁੱਟ ਤੇ ਹੈ, 5 ਸਾਲ ਬਾਅਦ ਪਾਣੀ ਨਹੀਂ ਰਹਿਣਾ ਝੋਨਾ ਲਾਉਣ ਵਾਸਤੇ, ਕਿੱਥੋਂ ਝੋਨਾ ਲਾਣਾ? ਵੀ ਕਾਹਦੀ ਐਮਐਸਪੀ ਝੋਨੇ ਦੀ ਮੰਗੀ ਜਾਂਦੇ ਆ? ਇਹ ਕਾਨੂੰਨਾਂ ਦੀ ਜ਼ਰੂਰਤ ਪੈਣੀ ਹੈ ਸਾਨੂੰ। ਇਹਦੇ ਚ ਠੀਕ ਕਰਾਉਣ, ਉਹ ਗੱਲ ਕਰਨ ਵੀ ਇਹ ਜੇ ਸਾਨੂੰ ਡਾਊਟ ਹੈ, ਇਹ ਠੀਕ ਕਰਾਉਣਾ, ਉਹ ਕਰਾਉਣ, ਠੀਕ ਹੋ। ਠੀਕ ਹੈ। ਇਹ ਗੱਲ ਚੱਕਰਵਰਤੀ ਜਿਹੜੀ ਫਸਲਾਂ ਅਸੀਂ ਬੀਜਦੇ ਆ, ਜਿਹੜਾ ਅਸੀਂ ਇਹ ਫਸਲੀ ਚੱਕਰ 'ਚ ਫਸੇ ਹੋਏ ਆ ਨਾ, ਇਹ ਤਾਂ ਤੁਹਾਨੂੰ 35-40% ਬਾਹਰ ਨਿਕਲਣਾ ਪੈਣਾ। ਇਹ ਗੱਲ ਮੈਂ ਬੜੀ ਸਪਸ਼ਟ ਕਹਿ ਰਿਹਾ ਤੁਹਾਨੂੰ। ਉਹਦੇ ਚੋਂ ਅਸੀਂ ਬਾਹਰ ਨਹੀਂ ਨਿਕਲਾਂਗੇ ਤੇ ਪੰਜਾਬ ਦਾ ਭਲਾ ਨਹੀਂ ਹੋਣ ਵਾਲਾ ਹੈਗਾ। ਔਰ ਇਹਦੇ ਨਾਲ ਪੰਜਾਬ ਦੇ ਕਿਸਾਨ ਦੀ ਆਮਦਨ ਵੀ ਵਧਣੀ ਹੈ ਔਰ ਪੰਜਾਬ ਦੇ ਆਉਣ ਵਾਲੇ ਸਮੇਂ 'ਚ ਕਿਸਾਨੀ ਬਚਣੀ ਵੀ ਤਾਂ ਆ। ਨਹੀਂ ਤਾਂ ਜੋ ਮਰਜ਼ੀ ਕੋਈ ਕਹੀ ਜਾਵੇ, ਜੋ ਮਰਜ਼ੀ ਕੋਈ ਕਹੀ ਜਾਵੇ। ਸੋ ਗੁਪਤਾ ਜੀ, ਸਮਾਂ ਤਾਂ ਹੁਣ ਇਜਾਜ਼ਤ ਨਹੀਂ ਦੇ ਰਿਹਾ। ਤੁਸੀਂ ਬਹੁਤ ਵੱਡੀਆਂ ਗੱਲਾਂ ਕੀਤੀਆਂ ਨੇ ਤੇ ਤੁਹਾਨੂੰ ਆਉਣ ਵਾਲੇ ਫਿਊਚਰ ਦੇ ਵਿੱਚ ਸ਼ੁਭਕਾਮਨਾਵਾਂ। ਤੁਸੀਂ ਦੇਖਿਆ ਕਿ ਜੀਵਨ ਗੁਪਤਾ ਜੀ ਨੇ ਬਹੁਤ ਬੇਬਾਕੀ ਦੇ ਨਾਲ ਹਰ ਮੁੱਦੇ ਦਾ ਜਵਾਬ ਦਿੱਤਾ। ਉਹਨਾਂ ਦੀ ਪਾਰਟੀ ਦਾ ਕੁਨਬਾ ਕਿਉਂ ਘਟ ਰਿਹਾ ਹੈ, ਕਿਉਂ ਅਸ਼ਵਨੀ ਸ਼ਰਮਾ ਜੀ ਦੀ ਲੀਡ ਇੱਥੇ ਪੰਜਾਬ ਦੇ ਵਿੱਚ ਘਟਦੀ ਨਜ਼ਰ ਆਉਂਦੀ ਹੈ, ਇਹ ਵੀ ਇਹਨਾਂ ਨੇ ਦੱਸਤਾ। ਬਹੁਤ ਐਸੀਆਂ ਗੱਲਾਂ ਦੱਸੀਆਂ ਜੋ ਵਾਕਈ ਵਿਚਾਰਯੋਗ ਨੇ। ਜੈ ਸ਼੍ਰੀ ਰਾਮ ਔਰ ਜੋ ਬੋਲੇ ਸੋ ਨਿਹਾਲ ਦੇ ਉਸ ਨਾਰੇ ਦੇ ਉੱਪਰ ਵੀ ਉਹਨਾਂ ਨੇ ਬੜੀ ਖੁੱਲ੍ਹ ਕੇ ਗੱਲ ਕੀਤੀ ਕਿ ਸਾਰੇ ਨਾਰੇ ਐਤਕੀ ਚੱਲਣਗੇ, ਕਿਉਂਕਿ ਪੰਜਾਬ ਦੇ ਹਿੰਦੂ, ਪੰਜਾਬ ਦੇ ਮੁਸਲਮਾਨ, ਪੰਜਾਬ ਦੇ ਹੋਰ ਭਾਈਚਾਰੇ ਸਭ ਇਕੱਠੇ ਹੀ ਨੇ
ਔਰ ਇਹ ਵੀ ਬਹੁਤ ਵੱਡੀ ਗੱਲ ਕਹੇਗੀ, ਕਿਸਾਨ ਵੀ ਇਹਨਾਂ ਨੂੰ ਵੋਟ ਪਾਣਗੇ। ਦੇਖਣਾ ਇਹ ਹੋਏਗਾ 2022 ਦੇ ਵਿੱਚ ਕਿਸਾਨ ਜਿਹੜੇ ਨੇ, ਕਿਸਾਨ ਭਾਈਚਾਰਾ ਉਹ ਕਿਸ ਤਰੀਕੇ ਦੇ ਨਾਲ ਵੋਟ ਪਾਏਗਾ। ਤੋਂ ਸਭ ਤੋਂ ਇਜਾਜ਼ਤ ਮੰਗਦੇ ਆ ਔਰ ਗੁਪਤਾ ਜੀ ਦਾ ਇੱਕ ਵਾਰੀ ਫੇਰ ਧੰਨਵਾਦ ਕਰਦੇ ਆ। ਗੁਪਤਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ।